ਟਿਕਟ ਕੱਟੇ ਜਾਣ ਤੇ ਕਾਂਗਰਸ ਦੇ ਵਿੱਚ ਉੱਠੀ ਬਗਾਵਤ। ਅਮਰੀਕ ਢਿੱਲੋਂ, ਸਤਵਿੰਦਰ ਬਿੱਟੀ ਤੇ ਦਾਮਨ ਬਾਜਵਾ ਨੇ ਦਿਖਾਏ ਤੇਵਰ। ਪਾਰਟੀ ਨੂੰ ਮੁੜ ਫੈਸਲਾ ਵਿਚਾਰਨ ਦੀ ਕੀਤੀ ਅਪੀਲ, ਕਿਹਾ ਨਹੀਂ ਤਾਂ ਆਜ਼ਾਦ ਲੜਾਂਗੇ ਚੋਣ। ਫਿਰੋਜ਼ਪੁਰ ਦਿਹਾਤੀ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਗੈਰੀ ਪਰਿਵਾਰ ਦਾ ਵੱਡਾ ਬਿਆਨ, ਛਲਕਿਆ ਦਰਦ। ਭਾਵੁਕ ਹੋਏ ਵਿਧਾਇਕਾ ਦੇ ਪਤੀ, ਕਿਹਾ ਟਿਕਟ ਕੱਟੇ ਜਾਣ ਦਾ ਦੁੱਖ ਪਰ ਨਹੀਂ ਹੋਵਾਂਗੇ ਬੇਗਾਨੇ। ਕਾਂਗਰਸ ਦੀ ਦੂਜੀ ਲਿਸਟ ਦੇ ਵਿੱਚ ਸਿੱਧੂ ਦੇ ਸਭ ਤੋਂ ਕਰੀਬੀ ਸਮਿਤ ਸਿੰਘ ਨੂੰ ਮਿਲੀ ਟਿਕਟ। ਭੱਠਲ ਦੇ ਜਵਾਈ ਨੂੰ ਵੀ ਪਾਰਟੀ ਨੇ ਦਿੱਤਾ ਮੌਕਾ। ਕੁੱਲ 23 ਉਮੀਦਵਾਰਾਂ ਦਾ ਐਲਾਨ, ਪਰ ਹੌਟ ਸੀਟ ਪਟਿਆਲਾ ਸ਼ਹਿਰੀ ਤੇ ਜਲਾਲਾਬਾਦ ਤੇ ਅਜੇ ਨਹੀਂ ਖੋਲੇ ਪੱਤੇ। ਕਾਂਗਰਸ ਦੀਆਂ ਟਿਕਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਾਦੇ ਨਿਸ਼ਾਨੇ। ਰਾਘਵ ਚੱਡਾ ਬੋਲੇ, ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਆਇਆ ਸਾਹਮਣੇ, ਸਿਰਫ ਆਪਣਿਆਂ ਨੂੰ ਹੀ ਦਿੱਤੀ ਗਈ ਤਰਜੀਹ। ਇਸ ਵਾਰ ਫਿਰ ਚੋਣਾਂ ਲੜਨਗੇ 94 ਸਾਲਾ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ। ਜੱਦੀ ਹਲਕੇ ਲੰਬੀ ਤੋਂ ਭਰਨਗੇ ਚੋਣ ਹੁੰਕਾਰ। ਹਰਸਿਮਰਤ ਕੌਰ ਬਾਦਲ ਨੇ ਕੀਤਾ ਐਲਾਨ। ਹਾਈ ਕੋਰਟ ਤੋਂ ਰਾਹਤ ਮਿਲਣ ਸਾਰ ਇੱਕ ਵਾਰ ਮੁੜ ਤੋਂ ਮਜੀਠੀਆ ਨੇ ਘੇਰੀ ਕਾਂਗਰਸ ਸਰਕਾਰ। ਕਿਹਾ ਮੈਨੂੰ ਚੋਣਾਂ ਲੜਨ ਤੋਂ ਰੋਕਣ ਦੇ ਲਈ ਲਗਾਇਆ ਜਾ ਰਿਹਾ ਪੂਰਾ ਜ਼ੋਰ। ਚਟੋਪਾਧਿਆਏ ਨੇ ਭਗੌੜੇ ਦੇ ਨਾਲ ਮਿਲ ਕੇ ਰਚੀ ਸਾਜ਼ਿਸ਼। ਮਜੀਠੀਆ ਦੇ ਬਚਾਅ ਦੇ ਵਿੱਚ ਆਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ। ਕਿਹਾ ਮੇਰੇ ਭਰਾ ਨੂੰ ਬਣਾਇਆ ਸਿਆਸੀ ਬਦਲਾਖੋਰੀ ਦਾ ਸ਼ਿਕਾਰ, ਪਰ ਮੈਨੂੰ ਆਪਣੇ ਭਰਾ ਤੇ ਮਾਣ। ਗਣਰਾਜ ਦਿਹਾੜੇ ਮੌਕੇ ਰਾਜਪਥ ਤੇ ਦਿਸੀ ਸਸ਼ਕਤ ਭਾਰਤ ਦੀ ਝਾਕੀ। ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਮੌਜੂਦਗੀ ਦੇ ਵਿੱਚ ਦੇਸ਼ ਦੀ ਤਾਕਤ ਦਾ ਹੋਇਆ ਪ੍ਰਦਰਸ਼ਨ। ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ ਪੰਜਾਬ ਦੀ ਝਾਕੀ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ ਔਰ ਗੱਲ ਕਾਂਗਰਸ ਦੀ ਅਸੀਂ ਕਰਾਂਗੇ। ਕਾਂਗਰਸ ਨੇ ਆਪਣੀ ਦੂਜੀ ਲਿਸਟ ਦੀ ਅਨਾਉਂਸਮੈਂਟ ਕਰ ਦਿੱਤੀ ਹੈ। 23 ਉਮੀਦਵਾਰਾਂ ਦਾ ਐਲਾਨ ਕੀਤਾ ਤੇ ਇਹਨਾਂ 23 ਉਮੀਦਵਾਰਾਂ ਦੇ ਵਿੱਚ 4 ਵਿਧਾਇਕ ਟਿਕਟ ਆਪਣੀ ਹਾਸਲ ਨਹੀਂ ਕਰ ਸਕੇ। ਉਸੇ ਖਬਰ ਦੇ ਨਾਲ ਸ਼ੁਰੂਆਤ ਹੈ। ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ 23 ਜਿਹੜੇ ਉਮੀਦਵਾਰ ਐਲਾਨੇ ਗਏ ਨੇ ਉਸ ਦੇ ਵਿੱਚ ਕੀ ਕੁਝ ਖਾਸ ਹੈ। ਸਭ ਤੋਂ ਪਹਿਲਾਂ ਗੱਲ, ਜਿਨ੍ਹਾਂ ਦੀ ਟਿਕਟ ਕੱਟੀ ਗਈ ਉਸ ਤੋਂ ਬਾਅਦ ਉਹਨਾਂ ਦੇ ਬਾਗੀ ਸੁਰ ਇਸ ਸਮੇਂ ਨਜ਼ਰ ਆ ਰਹੇ ਨੇ ਔਰ ਕਾਂਗਰਸ ਦੇ ਲਈ ਇਹ ਮੁਸੀਬਤ ਵਾਲੀ ਗੱਲ ਜ਼ਰੂਰ ਹੋ ਸਕਦੀ ਹੈ ਜੇਕਰ ਖੁੱਲੇ ਤੌਰ ਦੇ ਉੱਤੇ ਬਗਾਵਤ ਦੇ ਉੱਤੇ ਉਤਰ ਆਉਂਦੀਆਂ ਨੇ ਇਹ ਸ਼ਖਸੀਅਤਾਂ। ਇਹਨਾਂ ਬਗਾਵਤ ਕਰਨ ਵਾਲੇ ਜਾਂ ਬਗਾਵਤੀ ਸੁਰ ਦਿਖਾਉਣ ਵਾਲੇ ਆਗੂਆਂ ਦੇ ਵਿੱਚ ਜਿਹੜੇ ਆਗੂ ਸ਼ਾਮਲ ਨੇ ਉਹਨਾਂ ਦੇ ਵਿੱਚ ਹੈ ਮੌਜੂਦਾ ਵਿਧਾਇਕ ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ। ਉਹਨਾਂ ਦੇ ਵਿੱਚ ਸਤਕਾਰ ਕੌਰ ਗੈਰੀ ਦਾ ਨਾਮ ਸ਼ਾਮਲ ਹੈ ਕਿ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਬੇਗਾਨੇ ਨਹੀਂ ਹੋਵਾਂਗੇ। ਸਤਵਿੰਦਰ ਬਿੱਟੀ ਦਾ ਨਾਮ ਸ਼ਾਮਲ ਹੈ ਜੋ ਸਾਹਨੇਵਾਲ ਤੋਂ 2017 ਦੇ ਵਿੱਚ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਲੜਦੇ ਨੇ। ਉਸ ਤੋਂ ਬਾਅਦ ਇੱਕ ਨਾਮ ਦਾਮਨ ਬਾਜਵਾ ਦਾ ਹੈ ਜੋ ਸੁਨਾਮ ਵਿਧਾਨ ਸਭਾ ਹਲਕੇ ਤੋਂ ਪਿਛਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੀ। ਤਾਂ ਇੱਕ ਇੱਕ ਕਰਕੇ ਜਿਹੜੇ 4 ਵਿਧਾਇਕਾਂ ਦੀ ਟਿਕਟ ਕੱਟੀ ਗਈ ਆ ਉਹ ਤੁਹਾਨੂੰ ਦੱਸ ਰਹੇ ਹਾਂ ਕਿ ਆਖਿਰ ਕਿਸ ਕਿਸ ਦੀ ਟਿਕਟ ਗਈ। ਸ਼ੁਤਰਾਣਾ ਤੋਂ ਨਿਰਮਲ ਸਿੰਘ, ਇਹ ਚਿਹਰਾ ਤੁਹਾਨੂੰ ਯਾਦ ਹੋਏਗਾ, ਬਹੁਤ ਤਿੱਖਾ ਸ਼ਬਦੀ ਹਮਲੇ ਬੋਲਦੇ ਨਜ਼ਰ ਆਏ ਨੇ। ਨਿਰਮਲ ਸਿੰਘ ਨੇ ਖਾਸ ਤੌਰ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਬਹੁਤ ਖੁੱਲ ਕੇ ਆਪਣੀ ਗੱਲ ਰੱਖੀ ਸੀ ਔਰ ਟਿਕਟ ਉਹਨਾਂ ਨੂੰ ਨਹੀਂ ਮਿਲੀ ਫਿਰ ਵੀ। ਉਸ ਤੋਂ ਬਾਅਦ ਸੁਰਜੀਤ ਮਾਨ ਅਮਰਗੜ੍ਹ ਤੋਂ ਵਿਧਾਇਕ ਨੇ। ਇਹਨਾਂ ਦੇ ਵੱਲੋਂ ਵੀ ਬਹੁਤ ਬਾਗੀ ਤੇਵਰ ਕੈਪਟਨ ਦੇ ਹੁੰਦੇ ਹੋਏ ਦਿਖਾਏ ਗਏ ਸੀ ਪਾਰਟੀ ਦੇ ਅੰਦਰ, ਜਾਂ ਕਹੀਏ ਕਿ ਜਿਹੜੇ ਚਿਹਰੇ ਸਭ ਤੋਂ ਵੱਧ ਕੈਪਟਨ ਦੇ ਖਿਲਾਫ ਲਗਾਤਾਰ ਬੋਲਦੇ ਰਹੇ ਉਹਨਾਂ ਦੇ ਵਿੱਚ ਦੋਵੇਂ ਚਿਹਰੇ ਗਿਣੇ ਜਾਂਦੇ ਨੇ। ਇੱਥੋਂ ਤੱਕ ਕਿਹਾ ਸੀ ਕਿ ਮੈਨੂੰ ਤਾਂ ਮੇਰੇ ਹਲਕੇ ਦੇ ਲਈ ਪੈਸੇ ਦੇ ਦਿਓ, ਮੈਂ ਤਾਂ ਕਾਂਗਰਸ ਦਾ ਵਿਧਾਇਕ ਹੈ। ਅਜਿਹੇ ਬਿਆਨ ਵੀ ਇਹਨਾਂ ਦੇ ਵੱਲੋਂ ਦਿੱਤੇ ਗਏ ਸੀ। ਸਤਕਾਰ ਕੌਰ ਗੈਰੀ ਬਹੁਤ ਲਾਈਮਲਾਈਟ ਦੇ ਵਿੱਚ ਹਮੇਸ਼ਾ ਤੋਂ ਨਹੀਂ ਰਹੇ ਨੇ, ਪਿਛਲੇ ਕੁਝ ਸਮੇਂ ਦੇ ਵਿੱਚ ਚਰਚਾ 'ਚ ਜ਼ਰੂਰ ਰਹੇ ਔਰ ਟਿਕਟ ਕੱਟੀ ਗਈ ਹੈ ਇਹਨਾਂ ਦੀ। ਔਰ ਫਿਰੋਜ਼ਪੁਰ ਦਿਹਾਤੀ ਤੋਂ ਟਿਕਟ ਕਿਸ ਨੂੰ ਮਿਲੀ? ਜੋ ਉਮੀਦਵਾਰ ਸੀ ਆਮ ਆਦਮੀ ਪਾਰਟੀ ਦੇ, ਕੁਝ ਦਿਨ ਛੱਡ ਕੇ ਪਹਿਲਾਂ ਪਾਰਟੀ ਨੂੰ, ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਵਿੱਚ ਆਏ ਸੀ, ਹੁਣ ਕਾਂਗਰਸ ਨੇ ਟਿਕਟ ਦਿੱਤੀ, ਮੌਜੂਦਾ ਵਿਧਾਇਕ ਦੀ ਟਿਕਟ ਕੱਟ ਦਿੱਤੀ ਹੈ। ਸਤਕਾਰ ਕੌਰ ਗੈਰੀ ਟਿਕਟ ਕੱਟੀ ਗਈ ਹੈ। ਉਸ ਤੋਂ ਬਾਅਦ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਕੱਟੇ ਜਾਣਾ ਸਰਪ੍ਰਾਈਜ਼ਿੰਗ ਜ਼ਰੂਰ ਸਭ ਦੇ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਅਮਰੀਕ ਸਿੰਘ ਢਿੱਲੋਂ ਲਗਾਤਾਰ ਜਿੱਤਦੇ ਆਏ ਨੇ ਔਰ ਜਦੋਂ ਕੈਬਨਿਟ ਦੇ ਦਾਅਵੇਦਾਰਾਂ ਦਾ ਜ਼ਿਕਰ ਹੋ ਰਿਹਾ ਸੀ ਕਿ ਕਿਸ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਅਮਰੀਕ ਸਿੰਘ ਢਿੱਲੋਂ ਵੀ ਉਸ ਕਤਾਰ ਦੇ ਵਿੱਚ ਸ਼ਾਮਲ ਸੀ ਕਿ ਇਹਨਾਂ ਨੂੰ ਵੀ ਕੈਬਨਿਟ ਰੈਂਕ ਮਿਲ ਸਕਦਾ ਹੈ ਕਿਉਂਕਿ ਕੈਬਨਿਟ ਰੈਂਕ ਦਾ ਇੱਕ ਕ੍ਰਾਈਟੇਰੀਆ ਇਹ ਹੁੰਦਾ ਹੈ ਕਿ ਜੋ ਲਗਾਤਾਰ ਜਿੱਤ ਰਿਹਾ ਆਪਣੇ ਹਲਕੇ ਦੇ ਵਿੱਚ, ਲਗਾਤਾਰ ਕਾਂਗਰਸ ਪਾਰਟੀ ਨੂੰ ਜਿਤਾ ਰਿਹਾ ਹੈ ਤਾਂ ਉਸ ਨੂੰ ਕੈਬਨਿਟ ਜੋ ਸੀਨੀਅਰ ਹੁੰਦਾ ਜਾਂਦਾ ਹੈ ਤਾਂ ਉਸ ਨੂੰ ਆਪਣੇ ਕੈਬਨਿਟ ਦੇ ਵਿੱਚ ਲਿਆਂਦਾ ਜਾਵੇ। ਤਾਂ ਅਮਰੀਕ ਸਿੰਘ ਢਿੱਲੋਂ ਉਸ ਕਤਾਰ ਦੇ ਵਿੱਚ ਸੀ, ਕੈਬਨਿਟ ਮੰਤਰੀ ਤਾਂ ਨਹੀਂ ਬਣਾਇਆ, ਹੁਣ ਤਾਂ ਟਿਕਟ ਵੀ ਨਹੀਂ ਮਿਲੀ। ਇਨਫੈਕਟ ਅਮਰੀਕ ਸਿੰਘ ਢਿੱਲੋਂ ਨੇ ਇਹ ਵੀ ਜ਼ਿਕਰ ਕੀਤਾ ਕਿ ਬਹੁਤ ਚਰਚਾਵਾਂ ਸੀ ਕਿ ਆਪਣੇ ਪੋਤੇ ਦੇ ਲਈ, ਗ੍ਰੈਂਡਸਨ ਦੇ ਲਈ ਚਾਹੁੰਦੇ ਸੀ ਕਿ ਉਹੀ ਟਿਕਟ ਜਿਹੜੀ ਇਹਨਾਂ ਵਾਲੀ ਹੈ ਉਹਨਾਂ ਦੇ ਪੋਤੇ ਨੂੰ ਦੇ ਦਿੱਤੀ ਜਾਵੇ, ਪਰ ਪਰਿਵਾਰ ਨੂੰ ਵੀ ਟਿਕਟ ਨਹੀਂ ਮਿਲੀ। ਨਰਪਿੰਦਰ ਰਾਜਾ ਗਿੱਲ ਉਹਨਾਂ ਨੂੰ ਟਿਕਟ ਮਿਲੀ ਹੈ।
2017 ਅਸੀਂ ਤੁਹਾਨੂੰ ਹੁਣ ਦਿਖਾਵਾਂਗੇ ਕਿ ਆਖਿਰ ਵਾਕਈ ਕਿਉਂ ਟਿਕਟ ਕੱਟੀ ਗਈ ਹੈ ਕਿ ਬਾਕੀ ਅਜਿਹੀ ਸਥਿਤੀ ਸੀ ਉੱਥੇ ਕਾਂਗਰਸ ਦੀ ਜੋ ਕਾਂਗਰਸ ਦੇ ਲਈ ਦੁਚਿੱਤੀ ਵਾਲੀ ਸਥਿਤੀ ਬਣਾ ਗਈ ਜਾਂ ਫਿਰ ਜੋ ਕਾਂਗਰਸ ਦੇ ਲਈ ਠੀਕ ਨਹੀਂ ਸੀ। 2017 ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਦਾ ਕਿ ਫਿਰੋਜ਼ਪੁਰ ਦਿਹਾਤੀ ਦਾ ਜਿੱਥੇ ਕਾਂਗਰਸ ਨੇ ਜਿੱਤ ਹਾਸਲ ਕੀਤੀ, ਫਿਰੋਜ਼ਪੁਰ ਦਾ ਜ਼ਿਲ੍ਹਾ ਪੂਰਾ ਬੜਾ ਜ਼ਬਰਦਸਤ ਤਰੀਕੇ ਨਾਲ ਕਾਂਗਰਸ ਦੇ ਪੱਖ ਦੇ ਵਿੱਚ ਗਿਆ ਸੀ। ਉਹ ਚਾਹੇ ਫਿਰੋਜ਼ਪੁਰ ਸ਼ਹਿਰੀ ਹੋਵੇ, ਫਿਰੋਜ਼ਪੁਰ ਦਿਹਾਤੀ ਹੋਵੇ, ਗੁਰੂ ਹਰਸਹਾਏ ਹੋਵੇ, ਜ਼ੀਰਾ ਵਿਧਾਨ ਸਭਾ ਹਲਕਾ ਹੋਵੇ, ਸੀਟਾਂ ਜਿੱਤੀਆਂ ਸੀ ਕਾਂਗਰਸ ਨੇ। ਫਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ ਗੈਰੀ ਨੂੰ ਟਿਕਟ ਮਿਲੀ, ਉਹ ਜਿੱਤੇ 2017 ਦੇ ਵਿੱਚ ਔਰ ਇੱਕ ਵੱਡਾ ਫਰਕ ਸੀ ਇਹਨਾਂ ਦਾ ਜਿੱਤ ਦਾ। ਇਹ ਨਹੀਂ ਸੀ ਕਿ ਬਹੁਤ ਘੱਟ ਮਾਰਜਨ ਦੇ ਨਾਲ ਜਿੱਤੇ ਹੋਣ। ਸਤਕਾਰ ਕੌਰ ਗੈਰੀ ਨੂੰ 71000 ਵੋਟਾਂ ਪਈਆਂ ਸੀ ਔਰ ਕਰੀਬ 45% ਜਿੱਤ ਦਾ ਫਰਕ ਦੇਖੋ। 21380 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੋਵੇ ਔਰ ਪਾਰਟੀ ਦੁਬਾਰਾ ਉਹਨਾਂ ਨੂੰ ਟਿਕਟ ਨਾ ਦੇਵੇ ਤਾਂ ਕੁਐਸਚਨ ਮਾਰਕ ਜ਼ਰੂਰ ਖੜਾ ਹੁੰਦਾ ਹੈ। ਔਰ ਆਮ ਆਦਮੀ ਪਾਰਟੀ ਉਸ ਸਮੇਂ ਮੈਦਾਨ ਦੇ ਵਿੱਚ ਸੀ, 32000 ਵੋਟਾਂ ਲੈ ਗਈ ਸੀ। ਅਕਾਲੀ ਦਲ ਦੂਜੇ ਨੰਬਰ ਦੇ ਉੱਤੇ ਰਹੀ ਸੀ। ਤਾਂ ਸਤਕਾਰ ਕੌਰ ਗੈਰੀ ਦੀ ਪਰਫਾਰਮੈਂਸ 2017 ਦੇ ਵਿੱਚ ਤਾਂ ਜ਼ਬਰਦਸਤ ਰਹੀ ਸੀ ਜਦੋਂ ਉਹਨਾਂ ਨੂੰ 71000 ਵੋਟਾਂ ਕਰੀਬ 45% ਵੋਟਾਂ ਦੇ ਨਾਲ ਜਿੱਤ ਹਾਸਲ ਹੋਈ। ਔਰ ਮੈਂ ਜ਼ਿਕਰ ਕਰ ਰਿਹਾ ਕਿ 2017 ਦੇ ਵਿੱਚ ਵੀ ਬਹੁਤ ਸਾਰੀਆਂ ਸੀਟਾਂ ਅਜਿਹੀਆਂ ਸੀ ਜਿੱਥੇ ਬਹੁਤ ਘੱਟ ਫਰਕ ਦੇ ਨਾਲ ਜਿੱਤ ਹਾਸਲ ਹੋਈ। ਵੱਡੇ ਵੱਡੇ ਉਮੀਦਵਾਰ ਹਾਰ ਗਏ ਸੀ ਬਹੁਤ ਘੱਟ ਫਰਕ ਦੇ ਨਾਲ। ਮੈਂ ਸਤਵਿੰਦਰ ਬਿੱਟੀ ਵਾਲੀ ਸੀਟ ਵੀ ਤੁਹਾਨੂੰ ਦਿਖਾਵਾਂਗਾ। ਤਾਂ 21000 ਦੇ ਫਰਕ ਦੇ ਨਾਲ ਜਿੱਤਣਾ ਵਿਧਾਨ ਸਭਾ ਦੇ ਵਿੱਚ ਇਹ ਬਹੁਤ ਵੱਡੀ ਲੀਡ ਹੁੰਦੀ ਹੈ। ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ 10000 ਦੀ ਲੀਡ ਹੋਣੀ ਸ਼ੁਰੂ ਹੋ ਗਈ ਤਾਂ ਫਿਰ ਸਮਝ ਲਓ ਕਿ ਇੱਥੋਂ ਵਾਪਸ ਆਉਣਾ ਔਖਾ ਹੈ। ਕਾਊਂਟਿੰਗ ਵਾਲੇ ਦਿਨ 10 ਮਾਰਚ ਨੂੰ ਅਸੀਂ ਬਾਰ-ਬਾਰ ਇਸ ਦਾ ਜ਼ਿਕਰ ਕਰਦੇ ਹੋਏ ਤੁਹਾਨੂੰ ਨਜ਼ਰ ਆਵਾਂਗੇ। ਖੈਰ ਇਹ ਵੀ ਗੱਲ ਹੈ ਕਿ ਆਖਿਰ 2017 ਦੀ ਵਿਧਾਨ ਸਭਾ ਤੋਂ 2019 ਤੱਕ ਪਹੁੰਚਦੇ ਬਦਲਿਆ ਕੀ। 2017 ਦੇ ਵਿੱਚ ਸਤਕਾਰ ਕੌਰ ਗੈਰੀ ਜਦੋਂ ਵਿਧਾਇਕ ਚੁਣੇ ਗਏ ਉਸ ਸਮੇਂ 45% ਵੋਟਾਂ ਪਈਆਂ, ਪਰ 2019 ਦੇ ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਆਉਂਦੀ ਹੈ ਸੀਟ ਜਿਹੜੀ ਜ਼ਿਕਰ ਅਸੀਂ ਕਰ ਰਹੇ ਹਾਂ ਫਿਰੋਜ਼ਪੁਰ ਦਿਹਾਤੀ ਦੀ। ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਹ ਬਹੁਤ ਅਹਿਮ ਹੈ। ਸਤਕਾਰ ਕੌਰ ਗੈਰੀ ਆਪਣੀ ਸੀਟ ਬਚਾਉਣ 'ਚ ਤਾਂ ਕਾਮਯਾਬ ਰਹੇ ਪਰ ਫਿਰੋਜ਼ਪੁਰ ਲੋਕ ਸਭਾ ਹਲਕੇ 'ਚ ਕਾਂਗਰਸ ਦੇ ਉਮੀਦਵਾਰ ਨੂੰ ਜਿੱਤ ਦਿਵਾਉਣ ਦੇ ਵਿੱਚ ਕਾਮਯਾਬ ਨਹੀਂ ਰਹੇ ਸੀ। ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਨੇ, ਉੱਥੇ ਫਿਰੋਜ਼ਪੁਰ ਦਿਹਾਤੀ ਵੀ ਆਉਂਦਾ ਹੈ। ਦੇਖੋ 39% ਵੋਟ ਰਹਿ ਗਿਆ ਸੀ, 45 ਤੋਂ ਘਟ ਕੇ 39 ਆਇਆ। ਪਰ ਅਹਿਮ ਇਹ ਹੈ ਕਿ ਅਕਾਲੀ ਦਲ ਦਾ ਵੋਟ ਪਰਸੈਂਟੇਜ ਉਸ ਸਮੇਂ ਬਹੁਤ ਵੱਧ ਗਿਆ ਸੀ। 51% ਵੋਟ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਫਿਰੋਜ਼ਪੁਰ ਦਿਹਾਤੀ ਤੋਂ ਮਿਲੀ ਸੀ, ਯਾਨੀ ਇਹ ਸੀਟ ਕਾਂਗਰਸ ਹਾਰੀ ਸੀ। ਜੇ ਮੈਂ ਪਾਰਟਿਕੂਲਰਲੀ ਇੱਕੋ ਸੀਟ ਦਾ ਜ਼ਿਕਰ ਕਰਾਂ ਲੋਕ ਸਭਾ ਹਲਕੇ ਦੇ ਅੰਦਰ ਇੱਕ ਵਿਧਾਨ ਸਭਾ ਹਲਕੇ ਦਾ, ਤਾਂ ਫਿਰੋਜ਼ਪੁਰ ਦਿਹਾਤੀ 2019 ਦੇ ਵਿੱਚ ਕਾਂਗਰਸ ਹਾਰ ਗਈ ਸੀ। ਤਾਂ ਕਿ ਉਸ ਦਾ ਇਹ ਰਿਜ਼ਲਟ ਹੈ ਕਿ ਸਤਕਾਰ ਕੌਰ ਗੈਰੀ ਦੀ ਟਿਕਟ ਕੱਟੀ ਗਈ ਕਹਿ ਸਕਦੇ ਹੋ, ਪਰ ਕਾਂਗਰਸ ਅਲੱਗ ਤਰਕ ਵੀ ਦੇ ਸਕਦੀ ਹੈ। ਔਰ ਹਾਲਾਂਕਿ ਇਹ ਵੀ ਹੈ ਕਿ 3.6% ਜਿਹੜੀ ਵੋਟ ਮਿਲੀ ਸੀ ਆਮ ਆਦਮੀ ਪਾਰਟੀ ਨੂੰ, ਉਹ ਪਹਿਲਾਂ 20% ਮਿਲੀ ਹੋਈ ਸੀ। 16-17% ਜਿਹੜੀ ਵੋਟ ਹੈ ਉਹ ਇੱਕ ਤਰੀਕੇ ਨਾਲ ਉਹ ਕਨਵਰਟ ਹੋ ਗਈ ਅਕਾਲੀ ਦਲ ਦੇ ਲਈ। ਤਾਂ ਇਹ ਫਿਰੋਜ਼ਪੁਰ ਦਿਹਾਤੀ ਦੀ ਤਸਵੀਰ ਅਸੀਂ ਤੁਹਾਨੂੰ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਸਮੀਕਰਨ ਰਹੇ ਨੇ। 2017 ਤੋਂ 2019 ਤੱਕ ਆਉਂਦੇ ਸਮੀਕਰਨ ਬਦਲੇ ਨੇ। ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਤੁਹਾਨੂੰ ਯਾਦ ਹੋਏਗਾ ਚੋਣ ਜਿੱਤੇ ਸੀ ਲੋਕ ਸਭਾ ਦੀ ਔਰ ਲੋਕ ਸਭਾ ਉਹ ਗਏ ਸੀ। ਤਾਂ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਦਿਹਾਤੀ 'ਚ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤਾਂ ਹੋ ਸਕਦਾ ਹੈ ਕਿ ਇਹ ਚੀਜ਼ ਵੀ ਕਿਤੇ ਨਾ ਕਿਤੇ ਸਤਕਾਰ ਕੌਰ ਗੈਰੀ ਦੇ ਅਗੇਂਸਟ ਗਈ ਹੋਵੇ। ਉਸ ਦਾ ਨਤੀਜਾ ਇਹ ਹੈ ਕਿ ਉਹਨਾਂ ਦੀ ਟਿਕਟ ਕੱਟੀ ਗਈ ਹੈ। ਮੈਂ ਅਗਲੀ ਸੀਟ ਦਾ ਜ਼ਿਕਰ ਕਰਾਂਗਾ ਜਿਹੜੇ ਵਿਧਾਇਕ ਦੀ ਟਿਕਟ ਕੱਟੀ ਗਈ ਹੈ, ਕਿਉਂ ਕੱਟੀ ਗਈ, ਉਸ ਦਾ ਜ਼ਿਕਰ ਅਸੀਂ ਕਰਾਂਗੇ। ਅਗਲਾ ਗ੍ਰਾਫਿਕ ਆ ਰਿਹਾ ਹੈ ਸਮਰਾਲਾ ਵਿਧਾਨ ਸਭਾ ਹਲਕਾ ਅਮਰੀਕ ਸਿੰਘ ਢਿੱਲੋਂ। ਮੈਂ ਲਗਾਤਾਰ ਜ਼ਿਕਰ ਕਰ ਰਿਹਾ ਕਿ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਕੱਟਿਆ ਜਾਣਾ ਇਹ ਬਹੁਤ ਸਰਪ੍ਰਾਈਜ਼ਿੰਗ ਇਸ ਕਰਕੇ ਸੀ ਕਿਉਂਕਿ ਲਗਾਤਾਰ ਜਿੱਤਦੇ ਆਏ ਨੇ। ਔਰ ਅਮਰੀਕ ਸਿੰਘ ਢਿੱਲੋਂ ਮੈਂ ਸ਼ੁਰੂਆਤ ਹੀ ਇੱਥੋਂ ਕਰਦਾ, ਜੇ ਤੁਸੀਂ ਸਕਰੀਨ ਦੇ ਵਿੱਚ ਦੇਖ ਪਾ ਰਹੇ ਹੋਵੋ 11005 ਵੋਟਾਂ ਦੇ ਨਾਲ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੇ ਸੀ। 2017 ਦੇ ਸਮੀਕਰਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ। 2017 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਸੀ ਉਸ ਸਮੇਂ ਅਮਰੀਕ ਸਿੰਘ ਢਿੱਲੋਂ ਨੇ ਇੱਕ ਵਾਰ ਫੇਰ ਜਿੱਤ ਹਾਸਲ ਕੀਤੀ ਔਰ ਕਰੀਬ 39% ਵੋਟਾਂ ਦੇ ਨਾਲ। ਖਾਸ ਇਹ ਹੈ ਕਿ ਦੂਜੇ ਨੰਬਰ ਦੇ ਉੱਤੇ ਸਮਰਾਲੇ ਦੇ ਵਿੱਚ ਆਮ ਆਦਮੀ ਪਾਰਟੀ ਰਹੀ ਸੀ ਔਰ ਤੀਜੇ ਨੰਬਰ ਤੇ ਅਕਾਲੀ ਦਲ ਉੱਥੇ ਖਿਸਕ ਗਿਆ ਸੀ। ਔਰ ਤੁਸੀਂ ਦੇਖੋ ਜਿੱਤ ਦਾ ਅੰਤਰ 11000 ਵੋਟਾਂ ਦਾ ਫੇਰ ਵੀ ਸੀ, ਯਾਨੀ ਕਿ ਇੱਕ ਵੱਡੀ ਲੀਡ ਦੇ ਨਾਲ ਤਾਂ ਜਿੱਤ ਹਾਸਲ ਹੋਈ ਹੈ। 10,000 ਪਲੱਸ ਕਿਹਾ ਜਾਂਦਾ ਆਮ ਤੌਰ ਤੇ ਕਿ ਇੱਕ ਵੱਡੀ ਲੀਡ ਹੁੰਦੀ ਹੈ ਜੇਕਰ ਦੇਖਿਆ ਜਾਵੇ। ਔਰ ਉਹੀ ਕੁਝ ਹੁੰਦਾ ਹੋਇਆ ਨਜ਼ਰ ਆਇਆ। 38114 ਜਿਹੜੀਆਂ ਅਕਾਲੀ ਦਲ ਨੂੰ ਵੋਟਾਂ ਪਈਆਂ ਸੀ ਔਰ 40000 ਤੋਂ ਜ਼ਿਆਦਾ ਆਮ ਆਦਮੀ ਪਾਰਟੀ ਨੂੰ, ਪਰ ਅਮਰੀਕ ਸਿੰਘ ਢਿੱਲੋਂ ਨੇ ਜਿੱਤ ਹਾਸਲ ਕੀਤੀ ਸੀ 51000 ਤੋਂ ਜ਼ਿਆਦਾ ਵੋਟਾਂ ਦੇ ਨਾਲ, 11000 ਦੀ ਲੀਡ ਤੋਂ ਜ਼ਿਆਦਾ ਦੇ ਨਾਲ। ਉਸ ਤੋਂ ਬਾਅਦ ਰੁਕ ਕਰਦਾ ਹੈ ਕਿਉਂਕਿ ਅਸੀਂ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ 2017 ਤੋਂ ਲੈ ਕੇ 2019 ਚ ਕਿੰਨਾ ਬਦਲਾਅ ਆਇਆ। ਤਾਂ 2017 ਤੇ 2019 ਦੇ ਵਿੱਚ ਜੋ ਬਦਲਾਅ ਆਇਆ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਹੁਣ 2017 ਦੇ ਵਿੱਚ ਵਿਧਾਨ ਸਭਾ 'ਚ ਜਿਵੇਂ ਮੈਂ ਜ਼ਿਕਰ ਕੀਤਾ 38% ਵੋਟ ਪਈ ਸੀ ਕਾਂਗਰਸ ਨੂੰ,
ਜਿਹੜੀ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਰੀਬ 38% ਰਹੀ ਹੈ। ਜ਼ਿਆਦਾ ਫਰਕ ਵੋਟਾਂ ਦੇ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਨਹੀਂ ਪਿਆ ਸੀ। ਹਾਲਾਂਕਿ ਆਮ ਆਦਮੀ ਪਾਰਟੀ ਨੂੰ ਖਾਸਾ ਨੁਕਸਾਨ ਹੋਇਆ, ਉਸ ਦੀ ਵਜ੍ਹਾ ਨਾਲ ਅਕਾਲੀ ਦਲ ਵੀ ਥੋੜਾ ਰਿਟੇਨ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਔਰ 34% ਉੱਥੇ ਵੋਟਾਂ ਅਕਾਲੀ ਦਲ ਨੂੰ ਜ਼ਰੂਰ ਮਿਲ ਗਈਆਂ ਸਨ। ਪਰ ਇਹ ਤਾਂ ਸਮੀਕਰਨ ਦੱਸ ਰਹੇ ਨੇ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ 2017 ਔਰ 19 ਚ ਜ਼ਿਆਦਾ ਫਰਕ ਨਹੀਂ ਸੀ, ਯਾਨੀ ਕਿ ਇਹ ਕ੍ਰਾਈਟੇਰੀਆ ਤਾਂ ਫਿਟ ਨਹੀਂ ਬੈਠਦਾ ਅਮਰੀਕ ਸਿੰਘ ਢਿੱਲੋਂ ਦੇ ਉੱਤੇ, ਕਿਉਂਕਿ 2017 ਤੋਂ ਲੈ ਕੇ 2019 ਦੀਆਂ ਲੋਕ ਸਭਾ ਚੋਣਾਂ ਤੱਕ ਕਿਤੇ ਨਾ ਕਿਤੇ ਆਪਣੀ ਵੋਟ ਨੂੰ ਇਕੱਠਾ ਰੱਖਣ ਔਰ ਕਾਂਗਰਸ ਵਾਲੇ ਪਾਸੇ ਰੱਖਣ ਚ ਅਮਰੀਕ ਸਿੰਘ ਢਿੱਲੋਂ ਲਾਜ਼ਮੀ ਤੌਰ ਤੇ ਕਾਮਯਾਬ ਹੋਏ ਨੇ। ਅਸੀਂ ਵਾਰ-ਵਾਰ ਇਸ ਕਰਕੇ ਵੀ ਜ਼ਿਕਰ ਕਰ ਰਹੇ ਹਾਂ ਕਿ ਢਿੱਲੋਂ ਤਾਂ ਲੱਗ ਰਿਹਾ ਸੀ ਕਿ ਮੰਤਰੀ ਬਣ ਜਾਣਗੇ, ਪਰ ਇੱਥੇ ਤਾਂ ਹੁਣ ਵਿਧਾਇਕ ਵੀ ਨਹੀਂ ਰਹਿਣਗੇ ਕਾਂਗਰਸ ਦੇ, ਜੋ ਇਸ ਸਮੇਂ ਤਸਵੀਰ ਨਜ਼ਰ ਆ ਰਹੀ ਹੈ। मैं उस तो बाद अगे बढ़दा कुछ होर हल्कों का भी जिक्र करांगा कि किहड़े हल्के दे विच जिन्हां दी टिकट कट्टी गई है। सत्कार कौर गैरी दी टिकट गई, अमरगढ़ तो टिकट गई, शुतराणा तो जिहड़े विधायक ने उन्हां दी भी टिकट गई। वो भी तुहानूं दिखावांगे कि आखिर उन्हां दी टिकट जिहड़ी कट्टी गई है 2017 ते 2019 दे समीकरण की कुछ कहंदे ने। समराला तो बाद अगली सीट का असीं जिक्र करांगे। अगली सीट आ गई है जी समराला। समराला तो बाद हुण अगली सीट आएगी शुतराणा, रिजर्व हल्का है और इत्थे जित हासिल की निर्मल सिंह ने। जानते हैं असीं मौजूदा विधायक ने और बहुत वड्डी लीड सी, 18,000 तो प्लस वोटां दी लीड सी 2017 दे विच। 58,000 तो ज्यादा वोटां मिलदियां ने, करीब 42% 2017 दीयां चोणां दे विच और 18,000 तो ज्यादा लीड दे नाल निर्मल सिंह जितण दे विच कामयाब रहिंदे ने। और उस तो बाद जिहड़े आम आदमी पार्टी और अकाली दल दे आगू सीगे उन्हां नूं हार दा ऑबवियस है सामना करना पिया सी, तां निर्मल सिंह ने एक वड्डी लीड दे नाल तां जित हासिल कीती सी। पर इस वार शुतराणा तो टिकट नहीं दित्ती गई है पार्टी दे वल्लों। लाजमी तौर पर एक वड्डा उन्हां दे लई निराशा भरिया फैसला पार्टी का जरूर हो सकता है शुतराणा तो जिहड़े मौजूदा विधायक ने। पर मैं तुहानूं दिखाना 2017 ते 2019 दे विच की फर्क पिया कि 2017 तो बाद 2019 दे विच अपनी वोट बचाउण दे विच कामयाब रहे जां नहीं रहे, एक वड्डा सवाल है। कुछ ही पलां दे विच तुहाडी टीवी स्क्रीन दे उत्ते वो ग्राफिक भी आएगा कि 2017 ते 2019 दे जिहड़े असीं अंकड़े ने उसनूं कंपेयर करिए। बिल्कुल आ चुके हैं। शुतराणा पटियाला लोक सभा हल्के का हिस्सा है और बहुत इंटरस्टिंग है। बहुत इंटरस्टिंग इस करके है क्योंकि कांग्रेस दी वोट वधी है। कांग्रेस दी वोट 2017 तो बाद 2019 दे विच लोक सभा चोणां दे विच वधी। इत्थों प्रनीत कौर ने पटियाला तो जित हासिल की सी, तुहानूं सारिआं नूं याद होएगा। और प्रनीत कौर नूं 44% वोटां इस हल्के तो पै गईआं सी शुतराणा तो। पटियाला लोक सभा हल्के दे विचाले ही आउंदा है शुतराणा ते पटियाला दे विच जे जित हासिल होई तां शुतराणा विधान सभा हल्के दी एक वड्डी भूमिका तुसी कह सकते हो। तां किते ना किते क्राइटेरिया भी फिट नहीं बैठता। इत्थे इंटरस्टिंग ये भी है कि अकाली दल दी वोट बैंक दा परसेंटेज डिग्गिया सी 17 तो 19 तक पहुंचते 28 28.5% तो 26% ते आ गए सी। आम आदमी पार्टी का तकरीबन हर थावां दे उत्ते 2019 दी लोक सभा चोणां दे विच डिगदा नजर आया। मुद्दे अलग होंदे ने, बेशक 2019 ਦੀਆਂ ਚੋਣਾਂ ਦਾ ਅਸੀਂ ਜ਼ਿਕਰ ਕਰੀਏ, ਲੋਕ ਸਭਾ ਤੇ ਵਿਧਾਨ ਸਭਾ ਦੇ ਮੁੱਦੇ ਬੇਸ਼ੱਕ ਅਲੱਗ ਹੁੰਦੇ ਨੇ, ਪਰ ਉੱਥੇ ਦੂਜਾ ਪੁਆਇੰਟ ਇਹ ਵੀ ਹੁੰਦਾ ਹੈ ਕਿ ਜਿਹੜੇ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਦੀ ਵੀ ਸਾਖ ਦਾ ਦੇ ਉੱਤੇ ਹੁੰਦੀ ਹੈ ਕਿ ਉਹ ਆਪਣੇ ਪਾਰਟੀ ਦੇ ਐਮਪੀ ਨੂੰ ਕਿਵੇਂ ਜਿਤਾਉਣਗੇ। ਉਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਸਾਖ ਦਾ ਦੇ ਉੱਤੇ ਹੁੰਦੀ ਹੈ। ਜੋ ਅੱਜ ਅਸੀਂ ਡਿਸਕਸ ਕਰ ਰਹੇ ਹਾਂ ਇਹ ਹਾਈ ਕਮਾਂਡ ਤੱਕ ਗੱਲਾਂ ਪਹੁੰਚਦੀਆਂ ਨੇ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਨਹੀਂ ਹਰਾ ਸਕੇ ਜਾਂ ਕਾਂਗਰਸ ਦੇ ਉਮੀਦਵਾਰ ਨੂੰ ਜਿਤਾ ਨਹੀਂ ਸਕੇ ਤਾਂ ਉਸ ਦਾ नतीजा जरूर होंदा। अगली सीट का रुख करते हैं अमरगढ़। सुरजीत सिंह तिमान एक बड़ा नाम इस करके भी है क्योंकि लगातार बोलता आया है, लगातार कांग्रेस के अंदर जो कुछ हो रहा है उसको लेके बोलता आया है। सुरजीत सिंह तिमान अमरगढ़ तो विधायक चुने गए, कैप्टन अमरिंदर सिंह के खिलाफ खुल के बात चुकते नजर आए। टिकट नहीं मिली, विधायक मौजूदा है ने पर टिकट नहीं मिली। और हालांकि ये सुनाम तो चाहते सी टिकट और इन्हों के परिवार के ही सुनाम तो टिकट मिली है। ਤੁਸੀਂ ਇਸ ਨੂੰ ਕਹਿ ਸਕਦੇ ਹੋ ਕਿ ਟਿਕਟ ਕੱਟੀ ਨਹੀਂ ਗਈ ਕਿਉਂਕਿ ਇਹਨਾਂ ਦਾ ਹਲਕਾ ਤਾਂ ਇੱਕ ਬਦਲ ਦਿੱਤਾ ਗਿਆ ਹੈ, ਸੁਨਾਮ ਇਹਨਾਂ ਨੂੰ ਭੇਜ ਦਿੱਤਾ ਗਿਆ ਹੈ ਔਰ ਖੁਦ ਅਮਰਗੜ੍ਹ ਤੋਂ ਸੀ। ਹੋ ਸਕਦਾ ਕਿ ਦੋਵੇਂ ਸੀਟਾਂ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹੋਣ ਕਿ ਅਮਰਗੜ੍ਹ ਤੋਂ ਵੀ ਦਵੋ ਤੇ ਦੂਜੇ ਪਾਸੇ ਸੁਨਾਮ ਤੋਂ ਵੀ ਦਵੋ। ਖੈਰ ਪਾਰਟੀ ਨੇ ਮੌਜੂਦਾ ਸਮੇਂ ਦੇ ਵਿੱਚ ਸੁਰਜੀਤ ਸਿੰਘ ਧੀਮਾਨ ਨੂੰ ਟਿਕਟ ਨਹੀਂ ਦਿੱਤੀ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਟਿਕਟ ਜ਼ਰੂਰ ਦਿੱਤੀ ਹੈ ਜੋ ਸੁਨਾਮ ਤੋਂ ਇਸ ਵਾਰ ਚੋਣ ਲੜਦੇ ਹੋਏ ਨਜ਼ਰ ਆਉਣਗੇ। खैर 11,000 तो ज्यादा लीड सी 2017 ਦੇ ਵਿੱਚ। ਇਸ ਤੋਂ ਬਾਅਦ ਮੈਂ 2017 ਤੇ 19 ਨੂੰ ਕੰਪੇਅਰ ਕਰਕੇ ਵੀ ਦਿਖਾਵਾਂਗਾ ਔਰ 2017 ਤੇ 2019 ਨੂੰ ਕੰਪੇਅਰ ਵੀ ਅਸੀਂ ਕਰ ਲੈਂਦੇ ਆ। ਇਹ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਜਿਹੜਾ ਡਾਕਟਰ ਅਮਰ ਸਿੰਘ ਉੱਥੋਂ ਕਾਂਗਰਸ ਦੇ ਉਮੀਦਵਾਰ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੇ ਸੀ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਔਰ ਵੋਟਾਂ ਤਾਂ ਵਧਾਉਣ ਦੇ ਵਿੱਚ ਕਾਮਯਾਬ ਰਹੇ ਸੀ। ਜੇ 39% ਵੋਟਾਂ ਉਹਨਾਂ ਨੇ ਹਾਸਲ ਕੀਤੀਆਂ ਸੀ 2017 ਦੇ ਵਿੱਚ ਤਾਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਡਾਕਟਰ ਅਮਰ ਸਿੰਘ ਨੂੰ 41% ਤੋਂ ਜ਼ਿਆਦਾ ਕਰੀਬ 42% ਵੋਟਾਂ ਤਾਂ ਜ਼ਰੂਰ ਦਵਾਈਆਂ।
ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗ ਗਿਆ ਸੀ। ਅਕਾਲੀ ਦਲ ਆਪਣੀਆਂ ਵੋਟਾਂ ਨੂੰ ਨਾਲ ਰੱਖਣ ਦੇ ਵਿੱਚ 2019 ਚ ਵੀ ਕਾਮਯਾਬ ਰਿਹਾ ਸੀ, ਹਾਲਾਂਕਿ ਜਿੱਤ ਹਾਸਲ ਨਹੀਂ ਹੋਈ ਸੀ। ਤਾਂ ਇਹ ਉਹ ਹਲਕੇ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਿੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਨਹੀਂ ਕਰਨਾ ਪਿਆ, ਪਰ ਟਿਕਟ ਕੱਟੀ ਗਈ। ਜੇ 4 ਹਲਕਿਆਂ ਦਾ ਜ਼ਿਕਰ ਕਰੀਏ ਤਾਂ ਇੱਕ ਹਲਕਾ ਸਤਕਾਰ ਕੌਰ ਗਹਿਰੀ ਦਾ ਅਜਿਹਾ ਨਜ਼ਰ ਆਉਂਦਾ ਹੈ ਜਿੱਥੇ ਕਾਂਗਰਸ ਦਾ ਵੋਟ ਬੈਂਕ ਘਟਿਆ 2017 ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ। ਨਾ ਤਾਂ ਅਮਰਗੜ੍ਹ 'ਚ ਘਟਿਆ, ਨਾ ਤਾਂ ਸਮਰਾਲੇ 'ਚ ਘਟਿਆ, ਤੇ ਉਸ ਤੋਂ ਬਾਅਦ ਜੋ ਅਸੀਂ ਜ਼ਿਕਰ ਕਰ ਰਹੇ ਹਾਂ ਸ਼ੁਤਰਾਣਾ ਦਾ, ਨਾ ਉੱਥੇ ਘਟਿਆ, ਕਿਉਂਕਿ ਅਕਾਲੀ ਦਲ ਨੂੰ 2 ਹੀ ਸੀਟਾਂ ਜਿੱਤਣ 'ਚ ਕਾਮਯਾਬੀ ਹਾਸਲ ਹੋਈ ਸੀ 2019 ਦੇ ਵਿੱਚ, ਇੱਕ ਬਠਿੰਡਾ ਤੇ ਦੂਜੀ ਫਿਰੋਜ਼ਪੁਰ। ਔਰ ਬਠਿੰਡਾ ਤੇ ਦੂਜੀ ਸੀਟ ਫਿਰੋਜ਼ਪੁਰ ਜਿੱਤਣ 'ਚ ਕਾਮਯਾਬ ਰਹੇ ਸੀ। 8 ਸੀਟਾਂ ਹਿੱਸੇ ਆਈਆਂ ਸੀ ਕਾਂਗਰਸ ਦੇ, ਔਰ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹ ਕਿਤੇ ਨਾ ਕਿਤੇ ਜਿੱਤ ਹਾਸਲ ਇਸੇ ਕਰਕੇ ਕਰ ਸਕੇ ਜਿਹੜੇ ਵਿਧਾਇਕ ਸੀ ਉਹ ਨਾਲ ਸੀ ਆਪਣੇ ਹਲਕਿਆਂ ਦੇ ਵਿੱਚ। ਖੈਰ, ਜਿਨ੍ਹਾਂ ਦੀ ਉਮੀਦਾਂ ਦੇ ਉੱਤੇ ਪਾਣੀ ਫਿਰਿਆ ਉਹਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਟਿਕਟ ਦੇ ਚਾਹਵਾਨ ਸੀ, ਔਰ ਕਈ ਉਮੀਦਵਾਰ ਅਜਿਹੇ ਵੀ ਸੀ ਜਿਨ੍ਹਾਂ ਨੂੰ ਲੱਗ ਰਿਹਾ ਸੀ ਕਿ ਸਾਡੀ ਟਿਕਟ ਪੱਕੀ ਹੋਏਗੀ, ਪਰ ਟਿਕਟ ਉਹਨਾਂ ਨੂੰ ਨਹੀਂ ਮਿਲੀ ਹੈ। ਔਰ ਇਹ ਉਹ ਨਾਮ ਨੇ, ਇੱਕ ਨਾਮ ਦਾਮਨਥਿੰਦ ਬਾਜਵਾ ਦਾ ਹੈ। ਸੁਨਾਮ ਤੋਂ 2017 ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਕਾਂਗਰਸ ਦੀ ਟਿਕਟ ਦੇ ਉੱਤੇ, ਜਿੱਤ ਹਾਸਲ ਨਹੀਂ ਕਰ ਸਕੇ। ਉੱਥੇ ਆਮ ਆਦਮੀ ਪਾਰਟੀ ਨੂੰ ਟਿਕਟਾਂ ਮਾਫੀ ਚਾਹੂੰਗਾ ਵੋਟਾਂ ਪਈਆਂ, ਅਮਨ ਅਰੋੜਾ ਉੱਥੇ ਵਿਧਾਇਕ ਬਣ ਗਏ। ਉਸ ਤੋਂ ਬਾਅਦ ਸਤਵਿੰਦਰ ਕੌਰ ਬਿੱਟੀ ਸਾਹਨੇਵਾਲ ਤੋਂ ਇੱਥੇ ਆਮ ਆਦਮੀ ਪਾਰਟੀ ਨੂੰ ਵੋਟਾਂ ਤਾਂ ਬਹੁਤ ਪਈਆਂ ਸੀ ਪਰ ਜਿੱਤ ਹਾਸਲ ਨਹੀਂ ਕਰ ਸਕੇ ਸੀ। ਔਰ ਸਤਵਿੰਦਰ ਕੌਰ ਬਿੱਟੀ ਨੂੰ ਵੀ ਜਿੱਤ ਹਾਸਲ ਨਹੀਂ ਹੋਈ ਸੀ, ਉਹਨਾਂ ਦੀ ਵੀ ਟਿਕਟ ਕੱਟੀ ਗਈ। ਖਰੜ ਤੋਂ ਜਗਮੋਹਨ ਸਿੰਘ ਕੰਗ ਵੀ ਦਾਅਵੇਦਾਰ ਸਨ, ਉਹਨਾਂ ਨੂੰ ਵੀ ਟਿਕਟ ਇਸ ਵਾਰ ਨਹੀਂ ਦਿੱਤੀ ਗਈ ਹੈ। ਤਾਂ ਇਹ ਉਹ ਨੇ ਜਿਹੜੇ ਟਿਕਟਾਂ ਦੀ ਕੋਸ਼ਿਸ਼ ਕਰ ਰਹੇ ਸੀ ਕਿ ਉਹਨਾਂ ਨੂੰ ਟਿਕਟ ਮਿਲੇ ਪਰ ਟਿਕਟ ਨਹੀਂ ਮਿਲੀ। ਤਾਂ ਕਾਂਗਰਸ ਦੀ ਲਿਸਟ ਜਿਹੜੀ ਆ ਚੁੱਕੀ ਹੈ, ਦੂਜੀ ਲਿਸਟ ਆਈ ਹੈ। ਅਜੇ ਵੀ 8 ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਇਹ ਵੀ ਜਾਣਕਾਰੀ ਹੈ ਕਿ ਅੱਜ ਸ਼ਾਮ ਤੱਕ ਬਾਕੀ ਦੇ ਉਮੀਦਵਾਰਾਂ ਦੀ ਲਿਸਟ ਹੈ ਜਿਹੜੀ ਉਹ ਅਨਾਉਂਸ ਕੀਤੀ ਜਾ ਸਕਦੀ ਹੈ। ਔਰ ਜਿਹੜੇ ਹਾਈ ਪ੍ਰੋਫਾਈਲ ਹਲਕੇ ਨੇ ਉਹਨਾਂ ਦੀ ਵੀ ਅਜੇ ਤੱਕ ਅਨਾਉਂਸਮੈਂਟ ਬਾਕੀ ਹੈ, ਜਿਨ੍ਹਾਂ ਦੇ ਵਿੱਚ ਪਟਿਆਲਾ ਸ਼ਹਿਰੀ ਵੀ ਹੈ, ਔਰ ਦੂਜੇ ਪਾਸੇ ਜਿਨ੍ਹਾਂ ਦੇ ਵਿੱਚ ਜਲਾਲਾਬਾਦ ਦੀ ਸੀਟ ਵੀ ਸ਼ਾਮਿਲ ਹੈ, ਉੱਥੇ ਵੀ ਅਜੇ ਤੱਕ ਅਨਾਉਂਸਮੈਂਟ ਕੋਈ ਨਹੀਂ ਕੀਤੀ ਗਈ ਹੈ। ਔਰ ਤਾਂ ਅਸੀਂ ਰੁਕ ਕਰਦੇ ਹਾਂ। ਇਸ ਸਮੇਂ ਸਾਡੇ ਨਾਲ ਸੁਨਾਮ ਤੋਂ ਕਾਂਗਰਸ ਦੇ ਲੀਡਰ ਦਾਮਨਥਿੰਦ ਬਾਜਵਾ ਜੀ ਜੁੜ ਰਹੇ ਨੇ। दामन जी, बहुत बहुत स्वागत है न्यूज़ 18 पंजाब ਦੇ ਉੱਤੇ। ਤੁਹਾਡਾ ਫਸਟ ਰਿਐਕਸ਼ਨ ਜਾਣਨਾ ਚਾਹਣਗੇ ਲੋਕ, ਟਿਕਟ ਤੁਹਾਨੂੰ ਨਹੀਂ ਦਿੱਤੀ ਗਈ ਪਾਰਟੀ ਦੇ ਵੱਲੋਂ, ਔਰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ? ਮੈਨੂੰ ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ। ਚਲੋ ਮੈਂ ਕੋਸ਼ਿਸ਼ ਕਰਦਾ ਹਾਂ ਕਿ ਸਾਡੀ ਟੀਮ ਤੁਹਾਡੇ ਨਾਲ ਗੱਲਬਾਤ ਕਰ ਸਕੇ। ਆਵਾਜ਼ ਤੁਹਾਡੇ ਤੱਕ ਮੇਰੀ ਆਵਾਜ਼ ਠੀਕ ਹੈ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। दामन जी, ਤੁਹਾਡਾ ਫਸਟ ਰਿਐਕਸ਼ਨ ਪਹਿਲਾਂ ਜਾਣਨਾ ਚਾਹੁੰਦੇ ਹਾਂ ਕਿ ਪਾਰਟੀ ਦੇ ਵੱਲੋਂ ਤੁਸੀਂ ਦਾਅਵੇਦਾਰ ਸੀ ਟਿਕਟ ਦੇ, ਸੁਨਾਮ ਤੋਂ 2017 ਚ ਉਮੀਦਵਾਰ ਵੀ ਸੀ, ਪਰ ਇਸ ਵਾਰ ਪਾਰਟੀ ਨੇ ਟਿਕਟ ਨਹੀਂ ਦਿੱਤੀ। ਤੇ ਪਾਰਟੀ ਦਾ ਫੈਸਲਾ ਹੈ ਜੀ। ਬਿਲਕੁਲ, ਮੈਂ ਉਮੀਦਵਾਰ ਸੀਗੀ, 5 ਸਾਲ ਮੈਂ ਕੰਮ ਕੀਤਾ ਸੁਨਾਮ ਵਿੱਚ, ਰਿਕਾਰਡ ਤੋੜ ਵਿਕਾਸ ਸੁਨਾਮ ਵਿੱਚ 5 ਸਾਲਾਂ ਵਿੱਚ ਹੋਇਆ ਹੈ। ਉਹ ਕੰਮ ਵੀ ਸਿਰੇ ਲਾਏ ਜਿਹੜੇ ਵੱਡੇ ਵੱਡੇ ਮੰਤਰੀਆਂ ਨੇ ਨਹੀਂ ਕਰਵਾ ਸਕੇ, ਬਟ ਉਸਦੇ ਬਾਵਜੂਦ ਵੀ ਬਹੁਤ ਉਮੀਦ ਸੀ ਕਿ ਇਸ ਵਾਰ ਟਿਕਟ ਪਹਿਲੇ 86 ਦੀ ਲਿਸਟ ਵਿੱਚ ਹੀ ਆਏਗੀ। ਬਟ ਆਈ ਥਿੰਕ ਕੁਝ ਕਾਰਨ ਹੋਏ, ਪਾਰਟੀ ਦੀਆਂ ਕਈ ਮਜਬੂਰੀਆਂ ਹੁੰਦੀਆਂ, ਕਈ ਚੈਕਸ ਐਂਡ ਬੈਲੈਂਸਸ ਹੁੰਦੇ, ਤੇ ਨਹੀਂ ਮਿਲੀ ਟਿਕਟ। ਕੋਈ ਗੱਲ ਨਹੀਂ, ਇਟਸ ਪਾਰਟ ਆਫ ਲਾਈਫ, ਪਾਰਟ ਆਫ ਪੋਲਿਟਿਕਸ, ਤੇ ਮੈਂ ਇਹਨੂੰ ਆਪਣੀ ਸਟ੍ਰਾਈਡ ਵਿੱਚ ਹੀ ਲਵਾਂਗੀ ਐਂਡ ਆਈ ਵਿਲ ਡੂ ਵਾਟ ਬੈਸਟ ਆਈ ਕੈਨ। ਇੱਕ ਤਾਂ ਤੁਸੀਂ ਥੋੜਾ ਜਿਹਾ ਜੇਕਰ ਆਪਣਾ ਕੈਮਰਾ ਦੂਰ ਕਰ ਸਕੋ ਕਿਉਂਕਿ ਸਕਾਈਪ ਦੇ ਜ਼ਰੀਏ ਤੁਸੀਂ ਜੁੜੇ ਹੋ, ਬੈਟਰ ਹੁਣ ਥੋੜਾ ਜਿਹਾ ਠੀਕ ਲੋਕਾਂ ਤੱਕ ਤੁਹਾਡੀ ਗੱਲ ਪਹੁੰਚ ਸਕੇਗੀ। दामन जी, ਜਿਹੜੇ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਹੈ ਉਸ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਪਰਫੈਕਟ ਹੈ ਉਹ? ਦੇਖੋ, ਇੱਕ ਐਸੇ ਵਿਅਕਤੀ ਨੂੰ ਟਿਕਟ ਸੁਨਾਮ ਤੋਂ ਦਿੱਤੀ ਗਈ ਹੈ ਜਿਹੜੇ ਕਦੀ ਸੁਨਾਮ ਆਏ ਨਹੀਂ, ਜਿਹੜੇ ਸੁਨਾਮ ਰਹਿੰਦੇ ਨਹੀਂ, ਦਿੜਬੇ ਦੇ ਵਸਨੀਕ ਨੇ, ਅਮਰਗੜ੍ਹ ਦੇ ਸਿਟਿੰਗ ਐਮਐਲਏ ਦੇ ਭਤੀਜੇ ਨੇ। तो सिर्फ एक क्वालिफिकेशन के किसी एमएलए का भतीजा होना इज नॉट इनफ। सुनाम एक बहुत टफ सीट है कांग्रेस वास्ते, और 5 साल की कड़ी मेहनत तो बाद मैं 22 साल बाद कांग्रेस नूं इत्थे सुनाम विच इकजुट करन विच कामयाब होई सीगी, और इस बार साडे जितण दे पूरे आसार सीगे, पूरा माहौल एकदम वधिया सीगा कांग्रेस वास्ते सुनाम सीट ते। बट पार्टी दे इस एक फैसले नाल मैनूं लगदा है कि हुण chances of Congress winning from Sunam has become very bleak। और ਤੁਸੀਂ ਆਪਣੀ ਗੱਲ ਰੱਖੀ, ਤੁਹਾਨੂੰ ਕਿਉਂ ਲੱਗਦਾ ਹੈ, ਕਿੱਥੇ ਲੱਗਦਾ ਤੁਹਾਡੀ ਕਿ ਟਿਕਟ ਕੱਟੀ ਗਈ? ਕੌਣ ਹੈ ਜਿਸ ਨੇ ਤੁਹਾਡੀ ਟਿਕਟ ਦੇ ਉੱਤੇ ਕੈਂਚੀ ਚਲਾ ਦਿੱਤੀ? ਮੈਨੂੰ ਲੱਗਦਾ ਹੈ ਕਿ ਕੁਝ ਪ੍ਰੋਬਲਮਸ ਆਈਆਂ। ਇੱਕ ਤਾਂ
ਪਾਰਟੀ ਨੇ ਜੋ ਫੈਸਲਾ ਕੀਤਾ ਸੀਗਾ ਪਰਿਵਾਰਵਾਦ ਦਾ ਕਿ ਇੱਕ ਪਰਿਵਾਰ 'ਚ ਇੱਕੋ ਹੀ ਟਿਕਟ ਦਵਾਂਗੇ ਔਰ ਕਿਸੇ ਵੀ ਸਿਟਿੰਗ ਐਮਐਲਏ ਨੂੰ ਉਸਦੀ ਸੀਟ ਨਹੀਂ ਬਦਲਣ ਦਵਾਂਗੇ। ਈਵਨ ਇਫ ਉਹਦਾ ਕੋਈ ਭਰਾ ਜਾਂ ਭਤੀਜਾ ਵੀ ਲੜਨਾ ਚਾਹੁੰਦਾ ਤਾਂ ਉਸੇ ਸੀਟ ਤੋਂ ਲੜੇਗਾ ਜਿੱਥੇ ਉਹਨਾਂ ਨੇ 5 ਸਾਲ ਕੰਮ ਕੀਤਾ ਹੈ। ਬਿਲਕੁਲ। ਤਾਂ ਮੈਂ ਸਮਝਦੀ ਹਾਂ ਕਿ ਧਮਾਨ ਸਾਹਿਬ ਨੂੰ ਲੱਗ ਰਿਹਾ ਸੀਗਾ ਕਿ ਉਹ ਅਮਰਗੜ੍ਹ ਤੋਂ ਹਾਰਨਗੇ ਤੇ ਉਹਨਾਂ ਨੇ ਆਪਣੇ ਜਿਹੜਾ ਭਤੀਜਾ ਉਹਨੂੰ ਸਨਾਮ ਫੀਲਡ ਕੀਤਾ ਔਰ ਇਸ ਕਰਕੇ ਮੈਨੂੰ ਲੱਗਦਾ ਕਿ ਹਾਈ ਕਮਾਂਡ ਦੀ ਕੋਈ ਨਾ ਕੋਈ ਮਜਬੂਰੀ ਜ਼ਰੂਰ ਰਹੀ ਹੋਊਗੀ ਕਿ ਉਹਨਾਂ ਨੇ ਸਾਰੇ ਰੂਲਸ ਜਿਹੜੇ ਛਿੱਕੇ ਟੰਗ ਕੇ ਸਨਾਮ ਵਾਸਤੇ ਫੈਸਲਾ ਲਿਆ। ਇਹ ਹਾਈ ਕਮਾਂਡ ਨੇ ਰੂਲ ਛਿੱਕੇ ਟੰਗ ਦਿੱਤੇ ਜਾਂ ਪੰਜਾਬ ਪੱਧਰ ਦੀ ਲੀਡਰਸ਼ਿਪ ਨੇ? ਅੰਦਰ ਕੀ ਹੋਇਆ ਕੀ ਨਹੀਂ ਹੋਇਆ ਇਸ ਬਾਰੇ ਮੈਂ ਤੁਹਾਨੂੰ ਖੁੱਲ ਕੇ ਤਾਂ ਨਹੀਂ ਦੱਸ ਸਕੂੰਗੀ ਕਿਉਂਕਿ ਮੈਨੂੰ ਆਪ ਨੂੰ ਵੀ ਬੜੀ ਲਿਮਿਟਿਡ ਜਾਣਕਾਰੀ ਹੈ। ਬਟ ਯੈਸ ਆਫ ਕੋਰਸ ਕੋਈ ਨਾ ਕੋਈ ਤਾਂ ਮਜਬੂਰੀ ਜ਼ਰੂਰ ਰਹੀ ਹੋਊਗੀ ਵਰਨਾ ਜਿਹੜੇ ਇੰਨੀ ਵੋਕਲੀ ਔਰ ਪਬਲਿਕਲੀ ਕਨਵੇਡ ਜਿਹੜੇ ਰੂਲਸ ਸੀਗੇ ਪਾਰਟੀ ਦੇ ਜੇ ਉਹਨਾਂ ਨੂੰ ਇਗਨੋਰ ਕਰਕੇ ਇੱਕ ਅਜਿਹੇ ਵਿਅਕਤੀ ਨੂੰ ਟਿਕਟ ਦਿੱਤੀ ਗਈ ਹੈ ਜਿਹਦਾ ਕੋਈ ਆਧਾਰ ਹੀ ਨਹੀਂ ਔਰ ਜਿਹੜਾ ਕਿ ਬਿਲਕੁਲ ਹੀ ਜਿਹਨੂੰ ਕਹਿ ਲੋ ਕਿ ਸੀਟ ਦੂਜੀ ਪਾਰਟੀ ਦੇ ਝੋਲੀ 'ਚ ਪਾਉਣ ਵਾਲਾ ਕੰਮ ਕੀਤਾ ਗਿਆ ਸਨਾਮ ਵਿੱਚ ਤੇ ਓਬਵੀਅਸਲੀ ਕੁਛ ਨਾ ਕੁਛ ਤਾਂ ਲੀਡਰਸ਼ਿਪ ਦੀ ਮਜਬੂਰੀ ਰਹੀ ਹੋਊਗੀ ਜਾਂ ਹੋ ਸਕਦਾ ਉਹਨਾਂ ਨੂੰ ਬਲੈਕਮੇਲ ਵੀ ਕੀਤਾ ਗਿਆ ਹੋਵੇ ਜਾਂ ਹੋ ਸਕਦਾ ਹਾਈ ਕਮਾਂਡ ਸੇ ਵੱਡੇ ਜਿਹੜਾ ਹੁੰਦਾ ਹੈ ਵੱਡੇ ਲੈਵਲ ਦਾ ਕੋਈ ਸਮਝੌਤਾ ਜਾਂ ਡੈਮੇਜ ਕੰਟਰੋਲ ਕਰਨ ਦੇ ਚੱਕਰ ਵਿੱਚ ਇਹ ਫੈਸਲਾ ਹੋਵੇ। ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਤੋਂ ਚਲੇ ਜਾਣਾ ਪਾਰਟੀ ਦੇ ਖਿਲਾਫ ਹੋਣਾ ਉਹ ਤੁਹਾਡੇ ਖਿਲਾਫ ਗਿਆ ਤੁਹਾਨੂੰ ਲੱਗਦਾ? ਦੇਖੋ ਮੈਂ ਤਾਂ ਆਈ ਹੈਵ ਬੀਨ ਅ ਸਟੌਂਚ ਸੋਲਜਰ ਆਫ ਦਾ ਪਾਰਟੀ। ਮੈਨੂੰ ਪਿਛਲੀ ਵਾਰ ਵੀ ਟਿਕਟ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਰਾਹੁਲ ਗਾਂਧੀ ਜੀ ਨੇ ਦਿੱਤੀ ਸੀਗੀ ਔਰ ਮੈਂ ਹਮੇਸ਼ਾ ਹੀ ਜਿਸ ਵੀ ਪੋਸਟ ਤੇ ਰਹਿ ਕੇ ਕੰਮ ਕੀਤਾ ਹੈ ਕਾਂਗਰਸ ਨੂੰ ਹੀ ਮਜ਼ਬੂਤ ਕਰਨ ਵਾਸਤੇ ਕੰਮ ਕੀਤਾ ਹੈ ਭਾਵੇਂ ਉਹ ਸੁਨਾਮ ਵਿੱਚ ਸੀਗਾ ਜਾਂ ਹੋਰ ਸਟੇਟਾਂ ਵਿੱਚ ਐਜ਼ ਆਈਵਾਈਸੀ ਸੈਕਟਰੀ ਕੰਮ ਕੀਤਾ ਹੈ ਜਾਂ ਐਜ਼ ਸਟੂਡੈਂਟ ਲੀਡਰ ਪੰਜਾਬ ਐਨਐਸਯੂਆਈ ਦੀ ਪ੍ਰਧਾਨ ਦੇ ਤੌਰ ਤੇ ਜਦੋਂ ਕੰਮ ਕੀਤਾ ਹੈ। ਬਟ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੀਆਂ ਨੈਸ਼ਨਲ ਪਾਰਟੀਆਂ ਕਿਸੇ ਦੀ ਨੇੜਤਾ ਕਰਕੇ ਇਹ ਜਿਹਾ ਫੈਸਲਾ ਲੈ ਸਕਦੇ ਹੈ। ਹਾਂ ਪਰ ਜੇ ਕਿਸੇ ਲੀਡਰ ਨੇ ਇਸ ਮਹਿਜ਼ ਇਸ ਕਾਰਨ ਕਰਕੇ ਕਿਉਂਕਿ ਕੈਪਟਨ ਸਾਹਿਬ ਨਾਲ ਵੀ ਮੇਰੀ ਸਿਰਫ ਕੰਮਾਂ ਤੱਕ ਹੀ ਮੈਂ ਸੀਮਿਤ ਸੀਗੀ ਸਨਾਮ ਦੇ ਕੰਮਾਂ ਲਈ ਮੈਂ ਉਹਨਾਂ ਕੋਲ ਜ਼ਰੂਰ ਅਪਰੋਚ ਉਹਨਾਂ ਨੂੰ ਕਰਦੀ ਸੀ। ਉਹ ਸਾਡੇ ਪਾਰਟੀ ਦੇ ਲੀਡਰ ਸੀਗੇ ਮੁੱਖ ਮੰਤਰੀ ਸੀ ਪੰਜਾਬ ਦੇ ਸਨਾਮ ਦੇ ਜਿੱਥੇ ਲੋਕਾਂ ਦੀ ਡਿਮਾਂਡ ਆਉਂਦੀ ਸੀ ਮੰਗ ਆਉਂਦੀ ਸੀ ਤਾਂ ਮੇਰੇ ਲਈ ਤਾਂ ਉਹ ਮੇਰਾ ਫਰਜ਼ ਸੀਗਾ ਸਭ ਤੋਂ ਪਹਿਲਾਂ ਮੇਰੀ ਡਿਊਟੀ ਉਹ ਸੀਗੀ। ਤਾਂ ਜੇ ਉਹਨੂੰ ਨੇੜਤਾ ਸਮਝੀ ਜਾਏ ਤਾਂ ਫਿਰ ਉਸ ਗੱਲ ਦੀ ਤਕਲੀਫ ਹੋਈ ਹੈ ਤਾਂ ਮੈਂ ਸਮਝਦੀ ਹਾਂ ਇਸ ਤੋਂ ਵੱਡਾ ਧੋਖਾ ਸਨਾਮ ਦੇ ਲੋਕਾਂ ਲਈ ਹੋਰ ਕੋਈ ਹੋ ਨਹੀਂ ਸਕਦਾ ਕਿ ਜਿਹੜੇ ਬੰਦੇ ਨੇ ਹਰ ਹੱਦ ਤੱਕ ਜਾ ਕੇ ਸੁਨਾਮ ਦੇ ਲੋਕਾਂ ਲਈ ਮਿੰਨਤਾਂ ਕੀਤੀਆਂ ਗ੍ਰਾਂਟਾਂ ਲਿਆਂਦੀਆਂ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਮੈਮੋਰੀਅਲ ਜਿਹੜਾ 40 ਸਾਲ ਕੋਈ ਨਹੀਂ ਬਣਵਾ ਸਕਿਆ ਬਣਵਾਇਆ ਲੌਂਗੋਵਾਲ ਦਾ ਪੁਲ ਬਣਵਾਇਆ ਜੇ ਉਸਦੇ ਬਾਵਜੂਦ ਵੀ ਸਿਰਫ ਕੁਝ ਰਿਲੇਸ਼ਨਸ਼ਿਪਸ ਨੂੰ ਦੇਖਿਆ ਗਿਆ ਜਾਂ ਪਰਿਵਾਰਵਾਦ ਮਿਹਨਤ ਦੇ ਉੱਪਰ ਹਾਵੀ ਹੋ ਗਿਆ ਤਾਂ ਫਿਰ ਇਹ ਮੈਂ ਸਮਝਦੀ ਹਾਂ ਕਿ ਮੇਰੇ ਨਾਲੋਂ ਜ਼ਿਆਦਾ ਇਹ ਪਾਰਟੀ ਵਾਸਤੇ ਬਹੁਤ ਦੁਰਭਾਗਿਆਵਸ਼ ਹੈ। ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ 86 ਪਹਿਲਾਂ ਤੇ 23 ਦੀ ਲਿਸਟ ਹੋਣਾ ਹੈ ਤੁਹਾਨੂੰ ਲੱਗਦਾ ਕਿ ਪਾਰਦਰਸ਼ੀ ਤਰੀਕੇ ਨਾਲ ਟਿਕਟਾਂ ਵੰਡੀਆਂ ਗਈਆਂ ਨੇ? ਮੈਨੂੰ ਲੱਗਦਾ ਹੈ ਮੈਨੂੰ ਬਾਕੀ ਤਾਂ ਕੋਈ ਕਮੈਂਟ ਕਰਨ ਦਾ ਨਾ ਮੇਰਾ ਹੱਕ ਹੈ ਤਾਂ ਮੈਨੂੰ ਕਰਨਾ ਚਾਹੀਦਾ ਨਾ ਓਡਾ ਮੇਰਾ ਕੱਦ ਹੈ। ਆਈ ਐਮ ਸ਼ੋਰ ਪਾਰਟੀ ਨੇ ਆਪਣੇ ਕੁਛ ਨਾ ਕੁਛ ਚੈੱਕ ਬੈਲੈਂਸਿਸ ਤਾਂ ਮੇਨਟੇਨ ਕੀਤੇ ਹੀ ਹੋਣਗੇ ਬਟ ਯੈਸ ਜਿੱਥੇ ਸਾਹਮਣੇ ਹੀ ਦਿਖ ਰਿਹਾ ਕਿ ਰੂਲਸ ਵਾਇਲੇਟ ਕੀਤੇ ਗਏ ਨੇ ਫਲਾਊਟ ਕੀਤੇ ਗਏ ਨੇ ਉੱਥੇ ਮੈਂ ਜ਼ਰੂਰ ਕਮੈਂਟ ਕਰਨਾ ਚਾਹੂੰਗੀ ਕਿ ਦੋਨੋਂ ਹੀ ਗੱਲਾਂ ਜਿਹੜੀਆਂ ਸਾਡੇ ਪੀਸੀਸੀ ਚੀਫ ਬਾਰ-ਬਾਰ ਰੀਇਟਰੇਟ ਕਰਦੇ ਸੀਗੇ ਕਿ ਮੈਂ ਕਿਸੇ ਦੇ ਮੁੰਡੇ ਨੂੰ ਕਿਸੇ ਦੇ ਭਤੀਜੇ ਨੂੰ ਟਿਕਟ ਨਹੀਂ ਲੈਣ ਦਊਂਗਾ ਮੈਂ ਕਿਸੇ ਨੂੰ ਆਪਣਾ ਹਲਕਾ ਛੱਡ ਕੇ ਭੱਜਣ ਨਹੀਂ ਦਊਂਗਾ ਤਾਂ ਸਨਾਮ ਵਿੱਚ ਤਾਂ ਦੋਨੋਂ ਹੀ ਚੀਜ਼ਾਂ ਲਾਗੂ ਹੋ ਗਈਆਂ। ਇੱਕ ਐਸਾ ਵਿਅਕਤੀ ਜਿਹੜਾ ਗਰਾਊਂਡ ਤੇ ਕੋਈ ਆਧਾਰ ਨਹੀਂ ਸਿਰਫ ਇੱਕ ਐਮਐਲਏ ਦਾ ਭਤੀਜਾ ਹੈ ਤੇ ਅਮਰਗੜ੍ਹ ਦੇ ਹਲਕਾ ਛੱਡ ਕੇ ਭੱਜੇ ਹੈ ਉੱਥੋਂ ਦੇ ਭਗੌੜੇ ਨੇ ਉੱਥੋਂ ਲੜਨਾ ਨਹੀਂ ਸੀ ਚਾਹੁੰਦੇ ਤਾਂ ਸਨਾਮ ਆ ਕੇ ਦਾ ਖੇਡਣਾ ਚਾਹੁੰਦੇ ਹੈ। ਸੋ ਇਹ ਦੋਨੋਂ ਹੀ ਰੂਲਸ ਜਿਹੜੇ ਇੱਥੇ ਪਾਰਟੀ ਨੇ ਛਿੱਕੇ ਟੰਗੇ ਹੈ। ਮਤਲਬ ਤੁਹਾਨੂੰ ਜਿਹੜੀ ਟਿਕਟ ਜਿਸ ਨੂੰ ਦਿੱਤੀ ਗਈ ਹੈ ਉਸ ਦੇ ਨਾਲ ਜ਼ਿਆਦਾ ਤੁਹਾਨੂੰ ਪ੍ਰੋਬਲਮ ਨਜ਼ਰ ਆ ਰਹੀ ਹੈ? ਤੁਹਾਨੂੰ ਲੱਗਦਾ ਹੈ ਕਿ ਜੇ ਸਥਾਨਕ ਕਿਸੇ ਹੋਰ ਲੀਡਰ ਨੂੰ ਟਿਕਟ ਦੇ ਦਿੰਦੇ ਤਾਂ ਫਿਰ ਕੋਈ ਦਿੱਕਤ ਨਹੀਂ ਸੀ ਕੋਈ ਬਾਹਰੋਂ ਲਿਆ ਕੇ ਸੁਨਾਮ ਦੇ ਵਿੱਚ ਉਤਾਰਿਆ ਗਿਆ ਉਹ ਗਲਤ ਹੈ? ਬਿਲਕੁਲ ਮੈਂ ਮਿਹਨਤ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਕੋਈ ਐਸਾ ਕੰਮ ਨਹੀਂ ਕੋਈ ਐਸੀ ਗੱਲ ਨਹੀਂ ਜਿਹੜੀ ਪਾਰਟੀ ਮੈਨੂੰ ਗਿਣਾ ਸਕਦੀ ਹੈ। ਹਾਂ ਸਿਵਾਏ ਇਸ ਤੋਂ ਕਿ ਮੈਂ ਪਿਛਲੀ ਵਾਰ ਇਹ ਸੀਟ ਜ਼ਰੂਰ ਹਾਰੀ ਸੀ ਪਰ ਉਦੋਂ ਵੀ ਮੈਨੂੰ ਟਿਕਟ ਇਹੀ ਕਹਿ ਕੇ ਦਿੱਤੀ ਗਈ ਸੀ ਕਿ ਇਹ ਸੀ ਕੈਟੇਗਰੀ ਸੀਟ ਹੈ ਤੁਸੀਂ ਮਿਹਨਤ ਕਰੋਗੇ ਅਗਲੀ ਵਾਰ ਜ਼ਰੂਰ ਜਿੱਤੋਗੇ ਤੇ ਪਿਛਲੀ ਵਾਰ ਮੈਂ ਜ਼ਰੂਰ ਹਾਰ ਗਈ ਬਟ ਉਸ ਤੋਂ ਇਲਾਵਾ ਇੱਕ ਵੀ ਪੁਆਇੰਟ ਪਾਰਟੀ ਕੋਲ ਐਸਾ ਨਹੀਂ ਜੋ ਮੇਰੇ ਖਿਲਾਫ ਮੈਨੂੰ ਦੱਸ ਸਕਣ ਭਾਵੇਂ ਉਹ ਗਰਾਊਂਡ ਰਿਪੋਰਟ ਸੀਗੀਆਂ ਭਾਵੇਂ ਸਰਵੇ ਸੀਗੇ ਭਾਵੇਂ ਕੰਮ ਸੀਗੇ ਭਾਵੇਂ ਮੇਰੀ ਪ੍ਰੈਜ਼ੈਂਸ ਸੀਗੀ
ਜਾਂ ਕੁਝ ਵੀ ਹੋਰ ਕਿਸੇ ਵੀ ਪੱਖੋਂ ਕੋਈ ਕਮੀ ਨਹੀਂ ਸੀਗੀ ਤੇ ਜੇ ਕਿਸੇ ਨੂੰ ਦੇਣੀ ਵੀ ਸੀ ਤੇ ਘੱਟੋ ਘੱਟ ਇੱਥੋਂ ਦੇ ਕੋਈ ਲੋਕਲ ਵਸਨੀਕ ਨੂੰ ਦਿੰਦੇ, ਕੋਈ ਐਸੇ ਬੰਦੇ ਨੂੰ ਦਿੰਦੇ ਜਿਹੜਾ ਲੰਬੇ ਸਮੇਂ ਤੋਂ ਆਰਗੇਨਾਈਜੇਸ਼ਨ ਜਾਂ ਪਾਰਟੀ ਨਾਲ ਕੋਈ ਸੰਬੰਧ ਹੈ। ਸਿਰਫ ਇੱਕ ਐਮਐਲਏ ਦਾ ਭਤੀਜਾ ਹੋਣਾ ਇਜ਼ ਨਾਟ ਅ ਕੁਆਲੀਫਿਕੇਸ਼ਨ ਜਿਹੜੀ ਕਾਂਗਰਸ ਪਾਰਟੀ ਨੂੰ ਕੰਸੀਡਰ ਕਰਨੀ ਚਾਹੀਦੀ ਸੀ। ਸੁਨਾਮ ਦੇ ਵਿੱਚ ਬਹੁਤ ਸਾਰੇ ਲੀਡਰ ਜਿਹੜੇ ਕਾਂਗਰਸ ਦੇ ਨਾਲ ਜੁੜੇ ਰਹੇ ਉਹ ਛੱਡ ਕੇ ਚਲੇ ਗਏ। ਉਹ ਲਿਸਟ ਬਹੁਤ ਲੰਬੀ ਹੈ। ਮੌਜੂਦਾ ਵਿਧਾਇਕ ਵੀ ਅਮਨ ਅਰੋੜਾ ਵੀ ਉਸ ਲਿਸਟ ਦੇ ਵਿੱਚ ਨੇ। ਰਜਿੰਦਰ ਦੀਪਾ ਦਾ ਵੀ ਅਸੀਂ ਜ਼ਿਕਰ ਕਰਦੇ ਹਾਂ। ਦਮਨ ਥਿੰਦ ਬਾਜਵਾ ਉਸ ਲਿਸਟ ਦੇ ਵਿੱਚ ਸ਼ੁਮਾਰ ਤਾਂ ਨਹੀਂ ਹੋ ਜਾਏਗੀ? ਹਾਲੇ ਤੱਕ ਤਾਂ ਕੋਈ ਫੈਸਲਾ ਨਹੀਂ ਹੈ ਬਟ ਮੈਂ ਤਾਂ ਦੇਖੋ ਮੈਂ ਤਾਂ ਹਮੇਸ਼ਾ ਤੋਂ ਆਈ ਹੈਵ ਬੀਨ ਅ ਕਾਂਗਰਸਮੈਨ। ਮੈਂ ਕਾਂਗਰਸ ਪਾਰਟੀ ਲਈ ਕੰਮ ਕੀਤਾ ਹੈ। ਕਾਂਗਰਸ ਮੇਰੇ ਜਿੱਦਣ ਤੋਂ ਮੈਂ ਆਪਣਾ ਪੋਲੀਟੀਕਲ ਕੈਰੀਅਰ ਸ਼ੁਰੂ ਕੀਤਾ ਇਸੇ ਪਾਰਟੀ ਨਾਲ ਕੀਤਾ ਔਰ ਪਾਰਟੀ ਨੇ ਵੀ ਮਿਹਨਤ ਨੂੰ ਦੇਖਦੇ ਹੋਏ ਬਹੁਤ ਵਾਰੀ ਬਹੁਤ ਕੁਝ ਦਿੱਤਾ ਵੀ ਹੈ। ਤਾਂ ਮੈਂ ਨਹੀਂ ਉਸ ਲਿਸਟ ਵਿੱਚ ਸ਼ਾਮਲ ਹੋਣਾ ਚਾਹੂੰਗੀ ਬਟ ਯੈਸ ਕਈ ਵਾਰੀ ਤੁਹਾਡੇ ਹਾਲਾਤ ਇਹੋ ਜਿਹੇ ਹੋ ਜਾਂਦੇ ਔਰ ਸਭ ਤੋਂ ਜ਼ਰੂਰੀ ਮੇਰੇ ਲਈ ਹੈਗਾ ਮੇਰੇ ਇੱਥੋਂ ਦੇ ਵਰਕਰ, ਮੇਰਾ ਪਰਿਵਾਰ, ਇੱਥੋਂ ਦੇ ਸਾਡੇ ਉਹ ਸਾਥੀ ਜਿਨ੍ਹਾਂ ਕਰਕੇ ਅੱਜ ਦਾਮਨ ਬਾਜਵਾ ਜੇ ਬੋਲ ਰਹੀ ਹੈ ਜਾਂ ਦਾਮਨ ਬਾਜਵਾ ਦਾ ਕੋਈ ਸਟੈਂਡ ਹੈ ਜਾਂ ਦਾਮਨ ਬਾਜਵਾ ਦੇ ਪੱਲੇ ਕੁਛ ਹੈ ਤਾਂ ਉਹਨਾਂ ਕਰਕੇ ਹੈ। ਤੇ ਜੇ ਉਹ ਮੈਨੂੰ ਕਿਸੇ ਵੀ ਫੈਸਲੇ ਲਈ ਮਜਬੂਰ ਕਰਨਗੇ ਤਾਂ ਉਹ ਮੈਂ ਸਮਝਦੀ ਹਾਂ ਕਿ ਮੇਰਾ ਇਸ ਵੇਲੇ ਫਸਟ ਪ੍ਰਾਇੋਰਟੀ ਉਹ ਲੋਕ ਨੇ। ਨਹੀਂ ਫਿਰ ਕਿਵੇਂ ਮਜਬੂਰ ਹੋ? ਕਿਉਂਕਿ ਟਿਕਟ ਤਾਂ ਕੱਢ ਦਿੱਤੀ, ਹੋਰ ਹੁਣ ਪਾਰਟੀ ਕੀ ਕਰੇਗੀ? ਤੁਸੀਂ ਕਿਸੇ ਨਾਲ ਗੱਲ ਕੀਤੀ ਹੈ? ਨਵਜੋਤ ਸਿੱਧੂ ਨਾਲ ਗੱਲ ਹੋਈ ਹੋਵੇ, ਕਿਸੇ ਨਾਲ ਗੱਲ ਰੱਖੀ ਹੋਵੇ? ਅੱਜ ਮੇਰੇ ਘਰੇ ਜੀ ਸਿਰਫ ਇੱਕ ਲਾਈਵ ਹੋ ਕੇ ਮੈਸੇਜ ਲਗਾ ਕੇ ਇੱਕ ਮੀਟਿੰਗ ਰੱਖੀ ਗਈ ਸੀਗੀ ਜਿਹਦੇ ਵਿੱਚ 100% ਜਿਹੜੀ ਸਾਡੇ ਸਾਰੇ ਅਹੁਦੇਦਾਰ ਸਾਹਿਬਾਨਾਂ ਦੀ, ਸਰਪੰਚ ਸਾਹਿਬਾਨਾਂ ਦੀ, ਚੇਅਰਮੈਨ ਸਾਹਿਬਾਨਾਂ ਦੀ ਪ੍ਰੈਜ਼ੈਂਸ ਰਹੀ ਹੈ। ਮੇਰੇ ਕੋਲ ਉਹਨਾਂ ਦੇ ਰਿਟਨ ਸਿਗਨੇਚਰਸ ਨੇ ਔਰ ਉਹ ਵੀ ਇਹੀ ਮੰਗ ਰੱਖ ਰਹੇ ਆ ਕਿ ਪਾਰਟੀ ਨੂੰ ਆਪਣਾ ਡਿਸੀਜਨ ਰਿਵਿਊ ਕਰਨਾ ਚਾਹੀਦਾ ਹੈ। ਤੇ ਅੱਜ ਉਹ ਸਾਰੇ ਮੇਰੇ ਨਾਲ ਇਸ ਲਈ ਖੜੇ ਆ ਕਿਉਂਕਿ ਉਹਨਾਂ ਨੂੰ ਇਹ ਆਸ ਹੈ ਕਿ ਇਹ ਸਾਡੇ ਵਿੱਚ ਰਹੀ ਔਰ ਇਹ ਸਾਡੇ ਨਾਲ ਖੜੂਗੀ। ਜਿਹੜਾ ਬੰਦਾ ਜਿਹਨੂੰ ਪਾਰਟੀ ਦੀ ਟਿਕਟ ਦਿੱਤੀ ਹੈ, ਜਿਹੜਾ ਬੰਦਾ ਆਪਣੇ ਹਲਕੇ ਦਾ ਨਹੀਂ ਹੋ ਸਕਿਆ ਉਹ ਸੁਨਾਮ ਦੇ ਲੋਕਾਂ ਨੂੰ ਕੀ ਆਸ ਜਾਂ ਉਮੀਦ ਵਿਖਾਊਗਾ। ਸੋ ਇਸ ਕਰਕੇ ਅੱਜ ਇਹ ਲੋਕ ਜਿਹੜੇ ਮੈਨੂੰ ਟਿਕਟ ਨਾ ਮਿਲਣ ਦੇ ਬਾਵਜੂਦ ਵੀ ਡਟ ਕੇ ਮੇਰੇ ਨਾਲ ਖੜੇ ਆ, ਪਾਰਟੀ ਤੋਂ ਉੱਪਰ ਹੋ ਕੇ ਖੜੇ ਆ, ਤਾਂ ਮੈਨੂੰ ਵੀ ਲੱਗਦਾ ਕਿ ਮੈਨੂੰ ਇਹਨਾਂ ਦਾ ਹੀ ਫੈਸਲਾ ਆਪਣੇ ਸਭ ਤੋਂ ਉੱਪਰ ਰੱਖਣਾ ਚਾਹੀਦਾ। ਨਹੀਂ ਫਿਰ ਇਹ ਕਾਂਗਰਸ ਦੇ ਨਾਲ ਹੋਣਗੇ ਕਿ ਨਹੀਂ? ਹੁਣ ਧੀਮਾਨ ਦੇ ਭਤੀਜੇ ਨੂੰ ਦਮਨਥਿੰਦ ਬਾਜਵਾ ਦਾ ਸਾਥ ਮਿਲੇਗਾ ਕਿ ਨਹੀਂ ਸੁਨਾਮ ਦੇ ਵਿੱਚ? ਜਿਹੜੇ ਤੁਹਾਡੇ ਨਾਲ ਅਹੁਦੇਦਾਰ ਖੜੇ ਨੇ। ਮੈਂ ਉਹੀ ਕਿਹਾ ਨਾ, ਅਸੀਂ ਅੱਜ ਮੀਟਿੰਗ ਰੱਖੀ ਸੀਗੀ, ਸਾਡੇ ਸਾਰੇ ਸਾਥੀ ਇੱਥੇ ਬੈਠੇ ਨੇ। ਅਸੀਂ ਹੁਣ ਇਸ ਤੋਂ ਬਾਅਦ ਆਪਣਾ ਜਿਹੜਾ ਸਲਾਹ ਹੈਗਾ ਸਲਾਹ ਮਸ਼ਵਰਾ ਕਰਾਂਗੇ ਔਰ ਜੋ ਵੀ ਸਾਨੂੰ ਕਦਮ ਸੁਨਾਮ ਦੀ ਤਰੱਕੀ ਔਰ ਸੁਨਾਮ ਦੇ ਡਿਵੈਲਪਮੈਂਟ ਨੂੰ ਮੁੱਖ ਰੱਖਦੇ ਹੋਏ ਜੋ ਵੀ ਸਾਨੂੰ ਸਹੀ ਕਦਮ ਲੱਗਿਆ ਅਸੀਂ ਉਹ ਚੱਕਾਂਗੇ। ਕੋਈ ਬਦਲ ਹੈ ਤੁਹਾਡੇ ਕੋਲ ਇਸ ਸਮੇਂ? ਕੋਈ ਬਦਲ ਖੁੱਲਾ ਕਿਸੇ ਪੋਲੀਟੀਕਲ ਪਾਰਟੀ ਦਾ ਜਾਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਮੈਦਾਨ ਚ ਉਤਰਨ ਵਾਲਾ? ਨਹੀਂ ਦੇਖੋ ਆਪਸ਼ਨਸ ਹਰੇਕ ਵਿਅਕਤੀ ਲਈ ਅਨੇਕਾਂ ਹੀ ਹੁੰਦੀਆਂ ਔਰ ਖਾਸ ਕਰਕੇ ਜਿਹੜੇ ਲੋਕ ਆਪਣੀ ਮਿਹਨਤ ਨਾਲ ਕਿਸੇ ਮਕਾਮ ਤੇ ਪਹੁੰਚੇ ਹੁੰਦੇ ਆ। ਮੈਂ ਕਿਸੇ ਦੀ ਸਿਫਾਰਿਸ਼ ਜਾਂ ਕਿਸੇ ਦੀ ਆਪਣੀ ਕਿਸੇ ਰਿਸ਼ਤੇਦਾਰੀ ਕਰਕੇ ਇੱਥੇ ਤੱਕ ਨਹੀਂ ਪਹੁੰਚੀ, ਨਾ ਮੈਂ ਕਿਸੇ ਦੀ ਭੈਣ ਆ ਨਾ ਭਤੀਜੀ ਆ। ਮੈਂ ਤਾਂ ਇੱਕ ਆਮ ਘਰ ਦੀ ਕੁੜੀ ਆ ਜਿਹੜੀ ਮਿਹਨਤ ਕਰਕੇ ਅਹੁਦਿਆਂ ਤੇ ਕੰਮ ਕਰਕੇ ਵੱਖ-ਵੱਖ ਅਹੁਦਿਆਂ ਤੋਂ ਉੱਪਰ ਤੱਕ ਇੱਥੇ ਤੱਕ ਟਿਕਟ ਲੈ ਕੇ ਪਾਰਟੀ ਲਈ ਸੁਨਾਮ ਤੋਂ ਲੜਾਈ ਲੜਨ ਤੱਕ ਦਾ ਜਿਹੜਾ ਮੈਂ ਸਫ਼ਰ ਤੈਅ ਕੀਤਾ। ਤਾਂ ਇਸ ਕਰਕੇ ਮੈਂ ਕਿਸੇ ਦੀ ਵੀ ਸਿਫਾਰਿਸ਼ ਜਾਂ ਕਿਸੇ ਦੀ ਹਮਦਰਦੀ ਦੀ ਮੁਹਤਾਜ ਨਹੀਂ ਹੈਗੀ। ਆਪਸ਼ਨਸ ਹਰ ਮਿਹਨਤੀ ਵਿਅਕਤੀ ਲਈ, ਹਰੇਕ ਲਈ, ਨੌਜਵਾਨਾਂ ਲਈ ਓਪਨ ਹੁੰਦੇ ਆ। ਮੈਂ ਦੁਬਾਰਾ ਸਿੱਧਾ ਪੁੱਛ ਰਿਹਾ ਕਿ ਕੈਪਟਨ ਵਾਲੀ ਪਾਰਟੀ ਦਾ ਆਪਸ਼ਨ ਤੁਸੀਂ ਦਿਮਾਗ ਦੇ ਵਿੱਚ ਰੱਖ ਰਹੇ ਹੋ, ਪੰਜਾਬ ਲੋਕ ਕਾਂਗਰਸ ਦਾ? ਮੈਂ ਤੁਹਾਨੂੰ ਉਹੀ ਦੱਸਿਆ, ਮੈਂ ਹਲੇ ਤੱਕ ਕੋਈ ਵੀ ਆਪਸ਼ਨਸ ਨਾ ਐਕਸਪਲੋਰ ਕੀਤੇ ਸੀਗੇ ਔਰ ਨਾ ਹੀ ਮੈਂ ਸੋਚਿਆ ਸੀਗਾ ਬਿਕੋਜ਼ ਆਈ ਵਾਸ ਵੈਰੀ ਕੌਨਫੀਡੈਂਟ ਕਿ ਟਿਕਟ ਮੇਰੀ ਹੈ। ਜਿੰਨਾ ਮੈਂ ਕੰਮ ਕੀਤਾ ਮੇਰੀ ਪਾਰਟੀ ਮੈਨੂੰ ਇਗਨੋਰ ਨਹੀਂ ਕਰੇਗੀ। But since ਹੁਣੇ ਫੈਸਲਾ ਹੋ ਗਿਆ ਤਾਂ now I will certainly see what options I have and I don't feel ਕਿ ਪਾਰਟੀ ਬਦਲਣ ਨਾਲ ਹੀ ਹਰ ਚੀਜ਼ ਦਾ ਸੋਲੂਸ਼ਨ ਹੁੰਦਾ ਹੈ। ਕਈ ਵਾਰੀ ਪਾਰਟੀ 'ਚ ਰਹਿ ਕੇ ਵੀ ਤੁਹਾਨੂੰ ਹੋਰ ਕਈ ਵਿਕਲਪ ਨਜ਼ਰ ਆ ਸਕਦੇ ਆ। ਪਾਰਟੀ 'ਚ ਰਹਿ ਕੇ ਤਾਂ ਤੁਹਾਨੂੰ ਸਮਰਥਨ ਕਰਨਾ ਪਏਗਾ ਨਾ। ਜੇ ਪਾਰਟੀ 'ਚ ਰਹਿ ਕੇ ਸਮਰਥਨ ਨਹੀਂ ਕਰੋਗੇ, ਉਮੀਦਵਾਰ ਹਾਰ ਗਿਆ ਤਾਂ ਫਿਰ ਵੀ ਤੁਹਾਡੇ ਉੱਤੇ ਉਂਗਲਾਂ ਉੱਠਣਗੀਆਂ। ਮੈਂ ਉਹੀ ਕਹਿ ਰਹੀ ਹਾਂ, ਦੇਖੋ ਉਮੀਦਵਾਰ ਜਿੱਤੇ ਆ ਹਾਰੇ ਇਹ ਉਮੀਦਵਾਰ ਦੀ ਕਿਸਮਤ ਹੈ। ਪਿਛਲੀ ਵਾਰ ਮੈਂ ਵੀ ਚੋਣ ਲੜੀ ਸੀਗੀ, ਮੈਨੂੰ ਵੀ ਕਈਆਂ ਦਾ ਸਮਰਥਨ ਮਿਲਿਆ ਸੀ, ਕਈਆਂ ਦਾ ਨਹੀਂ ਸੀ ਮਿਲਿਆ। ਬਟ ਇਲੈਕਸ਼ਨ ਜਿਹੜੀ ਹੈ ਉਹ ਤਾਂ ਆਪੋਜੀਸ਼ਨ ਨਾਲ ਹੀ ਲੜਨੀ ਪੈਂਦੀ ਹੈ ਔਰ ਉਹ ਤੁਹਾਡੇ ਕੰਮਾਂ ਦੇ ਆਧਾਰ ਤੇ ਲੜੀ ਜਾਂਦੀ ਹੈ। ਜਿਹੜੇ ਵਿਅਕਤੀ ਨੇ ਕੰਮ ਕੀਤਾ ਹੀ ਨਹੀਂ, ਜਿਹਦਾ ਕੋਈ ਆਧਾਰ ਹੀ ਨਹੀਂ ਹਲਕੇ 'ਚ, ਜਿਹਨੂੰ ਲੋਕੀ ਪਹਿਚਾਣਦੇ ਤੱਕ ਨਹੀਂ, ਉਹਦੇ ਜਿੱਤਣ ਦੇ ਤਾਂ ਅਸਾਰ ਮੈਨੂੰ ਕੋਈ ਬਾੜੇ ਲੱਗਦੇ ਨਹੀਂ। ਬਟ ਠੀਕ ਹੈ, ਜੋ ਮੇਰੇ ਸਾਥੀ ਫੈਸਲਾ ਕਰਨਗੇ ਉਹ ਮੇਰੇ ਲਈ ਸਿਰ ਮੱਥੇ ਹੋਊਗਾ। ਤੁਹਾਨੂੰ ਲੱਗਦਾ ਕੁੜੀਆਂ ਨੂੰ ਰਿਪਰੈਜ਼ੈਂਟੇਸ਼ਨ, ਮਹਿਲਾਵਾਂ ਨੂੰ ਰਿਪਰੈਜ਼ੈਂਟੇਸ਼ਨ ਇਸ ਵਾਰ ਦੀਆਂ ਟਿਕਟਾਂ ਦੇ ਵਿੱਚ ਮਿਲੀ ਹੈ? ਥੋੜੀ ਦੇਰ ਪਹਿਲਾਂ ਸਤਵਿੰਦਰ ਬਿੱਟੀ ਮੇਰੇ ਨਾਲ ਜੁੜੇ ਹੋਏ ਸਨ, ਗੱਲਬਾਤ ਕਰ ਰਹੇ ਸੀ ਤੇ ਉਹਨਾਂ ਦੇ ਵੱਲੋਂ ਇਹ ਵਾਰ-ਵਾਰ ਕਿਹਾ ਗਿਆ ਕਿ ਕਿਹਾ ਜਾਂਦਾ ਹੈ
ਕੁੜੀਆਂ ਨੂੰ ਲੈ ਕੇ ਪ੍ਰਿयंका ਗਾਂਧੀ ਦੀ ਬਹੁਤ ਸਾਰੀਆਂ ਸਟੇਟਮੈਂਟਸ ਆਉਂਦੀਆਂ ਨੇ, ਪਰ ਸਾਡਾ ਧਿਆਨ ਨਹੀਂ ਰੱਖਿਆ ਗਿਆ ਕਿਸੇ ਨੇ ਔਰ ਰਿਪਰੈਜ਼ੈਂਟੇਸ਼ਨ ਸਾਨੂੰ ਨਹੀਂ ਮਿਲੀ। ਨਹੀਂ ਮੈਂ ਸਮਝਦੀ ਆ ਕਿ ਜਿੰਨੀ ਰਿਪਰੈਜ਼ੈਂਟੇਸ਼ਨ ਕੁੜੀਆਂ ਨੂੰ ਮਿਲਣੀ ਚਾਹੀਦੀ ਸੀ, ਬਿਲਕੁਲ ਇਸ ਵਾਰ ਟਿਕਟਾਂ ਨਹੀਂ, ਨਾ ਹੀ ਕੁੜੀਆਂ ਨੂੰ, ਨਾ ਯੂਥ ਨੂੰ, ਨਾ ਹੀ ਠੀਕ ਹੈ ਕਿਸੇ ਦੇ ਮੁੰਡੇ ਨੂੰ ਜਾਂ ਭਤੀਜੇ ਨੂੰ ਟਿਕਟ ਦੇ ਕੇ ਤੁਸੀਂ ਉਹਨੂੰ ਯੂਥ ਕੋਟੇ 'ਚ ਨਹੀਂ ਗਿਣ ਸਕਦੇ। ਯੂਥ ਤਾਂ ਉਹੀ ਨੇ ਜਿਹੜੇ ਜ਼ਮੀਨੀ ਪੱਧਰ ਤੋਂ ਮਿਹਨਤ ਕਰਕੇ ਦਰਿਆ ਵਿਛਾਉਣ ਤੋਂ ਲੈ ਕੇ ਧਰਨੇ ਲਾਉਣ ਤੋਂ ਬੱਸਾਂ ਭਰਨ ਤੋਂ ਜਿਨ੍ਹਾਂ ਨੇ ਪਾਰਟੀ ਦਾ ਕੰਮ ਕੀਤਾ, ਮੈਂ ਤਾਂ ਉਹਨਾਂ ਨੂੰ ਹੀ ਯੂਥ ਕੋਟੇ ਵਿੱਚ ਗਿਣੂੰਗੀ। ਸੋ ਕੋਈ 2-4 ਲੀਡਰਾਂ ਦੇ ਮੁੰਡਿਆਂ ਨੂੰ ਛੱਡ ਕੇ ਜਾਂ ਨਾ ਯੂਥ ਨੂੰ ਉਹਨਾਂ ਦੀ ਡਿਜ਼ਰਵਿੰਗ ਜਿਹੜੀ ਰਿਪਰੈਜ਼ੈਂਟੇਸ਼ਨ ਇਹਨਾਂ ਟਿਕਟਾਂ 'ਚ ਦਿੱਤੀ ਗਈ ਹੈ ਤੇ ਨਾ ਹੀ ਮਹਿਲਾਵਾਂ ਨੂੰ ਦਿੱਤੀ ਹੈ। ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ 100 ਤੋਂ ਉੱਪਰ ਸੀਟਾਂ ਜਿਹੜੀਆਂ ਡਿਕਲੇਅਰ ਹੋ ਚੁੱਕੀਆਂ ਹੈ, ਜਿਹਦੇ ਵਿੱਚ ਮਹਿਜ਼ ਹੀ 9 ਜਾਂ 10 ਫੀਮੇਲਸ ਨੂੰ ਰਿਪਰੈਜ਼ੈਂਟੇਸ਼ਨ ਮਿਲੀ ਹੈ ਔਰ ਵੀ ਉਹ ਫੀਮੇਲਸ ਜਿਹੜੀਆਂ ਆਲਰੇਡੀ ਸੀਜ਼ਨਡ ਪੋਲੀਟੀਸ਼ੀਅਨਸ ਹੈਗੀਆਂ ਜਾਂ ਵੱਡੇ ਘਰਾਣਿਆਂ ਤੋਂ ਸੰਬੰਧ ਰੱਖਦੀਆਂ। ਆਮ ਘਰਾਂ ਦੀਆਂ ਲੜਕੀਆਂ ਆਪਣੀ ਮਿਹਨਤ ਨਾਲ ਕੰਮ ਕਰਨ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਮਿਲੀ। ਠੀਕ ਹੈ, ਮੇਰਾ ਆਖਰੀ ਸਵਾਲ, ਜੋ ਵੀ ਟਿਕਟਾਂ ਦੇ ਵਿੱਚ ਇਸ ਸਮੇਂ ਚੀਜ਼ਾਂ ਜਾਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਨਾਰਾਜ਼ਗੀ ਤੁਹਾਡੀ ਵੀ ਝਲਕ ਰਹੀ ਹੈ ਸਾਫ਼ ਤੌਰ ਤੇ, ਤੁਹਾਨੂੰ ਲੱਗਦਾ ਕਿ ਵੋਟਾਂ ਦੇ ਅਸਰ ਕਾਂਗਰਸ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ? ਮੈਂ ਸਿਰਫ ਸੁਨਾਮ ਤੱਕ ਗੱਲ ਨੂੰ ਸੀਮਿਤ ਨਹੀਂ ਰੱਖ ਰਿਹਾ, ਆਲ ਓਵਰ ਪੰਜਾਬ ਦੀ ਗੱਲ ਕਰ ਰਿਹਾ। ਇੱਕ ਪਰਸੈਪਸ਼ਨ ਬਣਦੀ ਹੈ ਲੋਕਾਂ ਦੇ ਵਿੱਚ ਵੋਟਿੰਗ ਦੇ ਸਮੇਂ। ਦੇਖੋ ਜੀ, ਮੈਂ सूटेबिलिटी क्राइटेरिया रखा गया है और मेहनत के ऊपर पॉलिटिक्स हावी हुई है, तो इसका किते ना किते पार्टी नूं खमियाजा भुगतना पएगा। और जिथे जिथे भी अजिहा फैसला पार्टी ने लिया है, उथे उथे उन्होंने कांग्रेस नूं 20 साल पिछे कर दिता है, ते ये कोई कांग्रेस नूं मजबूत करने वाले लक्षण तो है नहीं। सो इस करके ऑब्वियसली इसका नुकसान तो पार्टी नूं होएगा, बट लेट्स सी कि पार्टी इस नूं डैमेज कंट्रोल करने वास्ते की करदी है। चलो शुक्रिया, बहुत बहुत धन्यवाद साडे नाल जुड़न दे लई। इस पूरी गलबात दे लई पत्ते अजे दामन सिंह बाजवा जी नहीं खोल रहे कि उन्हां दा अगला स्टैप की होवेगा। उन्हां दे वल्लों एक चीज जरूर क्लीयर की गई है कि उन्हां दे वल्लों कांग्रेस दे अहुदेदार ने सुनाम विधान सभा हल्के दे विच उन्हां नूं सद्दिया गया है ते उन्हां दे नाल मीटिंग तो बाद ही अगे दा डिसीजन लैणगे कि उन्हां दा अगला स्टैप की होवेगा सियासी तौर दे उत्ते। पर दामन सिंह बाजवा उन्हां नूं टिकट इस बार नहीं मिली है और जो सुरजीत धिमान उन्होंने भतीजे नूं टिकट दी गई है सुनाम तो, उसनूं लैके भी जरूर क्वेश्चन जिहड़े सवाल ने वो दामन सिंह बाजवा दे वल्लों खड़े किए जा रहे हैं। रुख करदे हां, भगवंत मान इस समय मीडिया के मुखातिब हो रहे हैं। अपना जिहड़ा अहुदा उहदे पैरां 'च धर दे तां फिर उत्तों जिहड़ा प्रधान है वो फोर्सिस बारे इस तरह की शब्दावली वरत रहा कि जी बयान ही नहीं की जा सकती, जिसका विरोध होया खुद फोर्स ने विरोध किया। सो आम आदमी पार्टी की सरकार बनूगी, असी पंजाब की सुरक्षा जी है, इंटरनल सिक्योरिटी, अमन अमान, भाईचारक सांझ साडी प्रायोरिटी होगी। बॉर्डर के परले पासों ड्रोन भी आउंदे ने ते देश विरोधी ताकतां हमेशा लगियां रहिंदियां ने पंजाब दे विच नफरत दे बीज बीजण नूं, पर पंजाबियां दी फितरत है कि अमन अमान नाल भाईचारक सांझ तोड़दे नहीं। आम आदमी पार्टी की सरकार बनूगी तां असीं पंजाब पुलिस नूं फ्री हैंड देवांगे। पंजाब पुलिस च बहुत काबिल अफसर ने, पंजाब पुलिस सक्षम है, हर एक मामले नूं नजिठण च समर्था हैगी है। पर जदों ये दोष लगते हैं कि SSP की पोस्ट, SP की पोस्ट पैसे लैके की जाती है, तो फिर वो बंदे ने तो फिर पहला पैसे पूरे करने ने, उन्हें की लेना, उन्हें तो फिर जिहड़े गलत आंसर ने उन्होंने ही साथ देना, उन्हें कि मैं तेन बचा दूंगा, तू मैनू आ कुछ कर, क्योंकि उन्हें तहां पहुँचाने ने। सो पंजाब पुलिस नूं फ्री हैंड देवांगे, जिन्ने भी काबिल ईमानदार पुलिस अफसर ने उन्होंने फील्ड दे विच मौका मिलूगा, फील्ड च काम करन दा। ते ड्रग टास्क फोर्स बनावांगे, नशा मुक्त करने वास्ते पंजाब नूं
ਔਰ ਉਸ ਟਾਸਕ ਫੋਰਸ ਦੇ ਵਿੱਚ ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋਊਗੀ। ਇੱਥੋਂ ਤੱਕ ਮੈਂ ਤੁਹਾਡੇ ਨਾਲ ਅੱਜ ਦੱਸਣਾ ਚਾਹੁੰਦਾ ਕਿ ਜੇ ਸਾਡੀ ਸਰਕਾਰ ਦਾ ਚੁਣਿਆ ਹੋਇਆ MLA ਜਾਂ ਕੋਈ ਮੰਤਰੀ ਫੋਨ ਕਰਦਾ ਕਿਸੇ ਥਾਣੇ 'ਚ ਕਿ ਆਹ ਬੰਦਾ ਗਲਤ ਹੈ, ਪਰ ਉਹ ਕਹਿੰਦਾ ਨਹੀਂ ਯਾਰ ਛੱਡ ਦਿਓ ਆਪਣਾ ਬੰਦਾ ਜਾਂ ਫਲਾਣੇ ਦਾ ਬੰਦਾ, ਜਾਂ ਕੋਈ ਸਹੀ ਬੰਦੇ ਤੇ ਗਲਤ ਪਰਚਾ ਪਾਉਣ ਵਾਸਤੇ ਫੋਨ ਕਰਦਾ, ਤਾਂ ਅਸੀਂ MLA ਜਾਂ ਮੰਤਰੀ ਤੇ ਕਾਰਵਾਈ ਕਰਾਂਗੇ। ਮੈਂ ਐਗਜ਼ਾਮਪਲ ਦੇ ਦੇਣਾ ਤੁਹਾਨੂੰ। ਜੋ ਬਾਈਡਨ ਪੂਰੀ ਦੁਨੀਆ ਦੇ ਤਾਕਤਵਰ ਮੁਲਕ ਦਾ ਪ੍ਰੈਜ਼ੀਡੈਂਟ ਹੈ, ਪਰ ਜੋ ਕਿਸੇ ਵਾਸ਼ਿੰਗਟਨ ਦੇ ਜਾਂ ਕਿਤੇ ਕੈਲੀਫੋਰਨੀਆ ਦੇ ਜਾਂ ਨਿਊਯਾਰਕ ਦੇ ਕਿਸੇ ਥਾਣੇ 'ਚ ਫੋਨ ਕਰਦੇ ਕਿ ਆਹ ਬੰਦਾ ਛੱਡ ਦਿਓ, ਸਾਡਾ ਬੰਦਾ, ਤਾਂ ਉਹਨੂੰ ਅੱਧੇ ਘੰਟੇ 'ਚ ਅਸਤੀਫਾ ਦੇਣਾ ਪੈਂਦਾ। ਉਹਨੂੰ ਜਵਾਬ ਇਹ ਦਿੱਤਾ ਜਾਂਦਾ ਪੁਲਿਸ ਵੱਲੋਂ ਕਿ ਜੀ ਵਾਈਟ ਹਾਊਸ ਦੇ ਵਿੱਚੋਂ ਕਾਨੂੰਨ ਬਣਾ ਕੇ ਦੇ ਦਿਓ ਕਿ ਇਹਨਾਂ ਨੂੰ ਫੜਨਾ, ਇਹਨਾਂ ਨੂੰ ਨਹੀਂ ਫੜਨਾ, ਪਰ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਤੁਸੀਂ ਇੰਟਰਫੇਅਰ ਨਹੀਂ ਕਰ ਸਕਦੇ। ਬਿਲਕੁਲ ਉਸੇ ਤਰਜ਼ ਤੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਸੇਫੈਸਟ ਸਟੇਟ ਬਣਾਵਾਂਗੇ ਦੇਸ਼ ਦੀ। ਇਹਦੇ ਵਾਸਤੇ ਚਾਹੇ ਸਾਨੂੰ ਕਿਸੇ ਦੇ ਮਿੰਨਤਾਂ ਵੀ ਕਰਨੀਆਂ ਪੈ ਬੇਨਤੀਆਂ ਕਰਨੀਆਂ ਪੈ ਸਕਦੀਆਂ ਨੇ, ਪਰ ਪੰਜਾਬ ਦੀ ਸੁਰੱਖਿਆ ਜਿਹੜੀ ਹੈ ਉਹਨੂੰ ਅਸੀਂ ਦਾਅ ਤੇ ਕਦੇ ਨਹੀਂ ਲਾਵਾਂਗੇ। ਜੋ ਪਿਛਲੇ ਦਿਨੀ ਘਟਨਾਵਾਂ ਹੋਈਆਂ ਬਹੁਤ ਮੰਦਭਾਗੀਆਂ ਨੇ, ਪਰ ਪਿਛਲੇ 5 ਸਾਲ 'ਚ ਕਿੰਨੀਆਂ ਆਡੀਓ ਲੀਕ ਹੋਈਆਂ MLAs ਦੀਆਂ ਤੇ ਮੰਤਰੀਆਂ ਦੀਆਂ, ਪੁਲਿਸ ਵਾਲਿਆਂ ਨੂੰ ਧਮਕੀਆਂ ਦਿੰਦੇ, ਤੇਰਾ ਮੈਂ ਬਿਸਤਰਾ ਗੋਲ ਕਰਾ ਦੂੰ, ਤੂੰ ਤੇਰੀ ਹਿੰਮਤ ਕਿਵੇਂ ਹੋਈ ਹੈ ਇਹ ਐ ਕਰਨ ਦੀ, ਤੈਨੂੰ ਪਤਾ ਨਹੀਂ ਮੈਂ ਇੱਥੋਂ ਦਾ MLA ਆ ਤੇ ਤੂੰ ਮੇਰੇ ਘਰੇ ਸਲੂਟ ਮਾਰਨ ਨਹੀਂ ਆਇਆ। ਇਹਦੇ ਨਾਲ ਨਾ ਪੁਲਿਸ ਕਿਤੇ ਨਾ ਕਿਤੇ ਜਾ ਕੇ ਕਹਿੰਦੀ ਯਾਰ ਸਾਡਾ ਕਸੂਰ ਕੀ ਹੈ। ਸੋ ਅਸੀਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਪੈਦਾ ਕਰਾਂਗੇ। ਅਸੀਂ ਹਰ ਬੰਦਾ ਮਤਲਬ ਪਿੰਡ ਦੇ ਵਿੱਚ ਕੋਈ ਚਲੋ ਮਸ਼ਹੂਰ ਹੁੰਦਾ ਹੈ ਜਾਂ ਕੋਈ ਥੋੜਾ ਬਹੁਤ ਕਾਰੋਬਾਰ ਹੈ, ਆਪਦਾ ਜੁਗਾੜ ਲਾ ਕੇ 5-5 7-7 ਗਨਮੈਨ ਲਈ ਫਿਰਦੇ, ਥਾਣੇ ਖਾਲੀ ਪਏ ਨੇ, ਪੁਲਿਸ ਤੋਂ ਪੁਲਿਸ ਵਾਲਾ ਕੰਮ ਨਹੀਂ ਲਿਆ ਜਾ ਰਿਹਾ। ਬਹੁਤ ਵਾਰੀ ਸਾਨੂੰ ਸ਼ਿਕਾਇਤਾਂ ਇਹ ਵੀ ਮਿਲੀਆਂ ਨੇ ਕਿ ਜਿਹੜੇ ਕੁਝ ਪੁਰਾਣੇ ਅਫਸਰਾਂ ਦੇ ਗਨਮੈਨ ਨੇ, ਮੱਝਾਂ ਚੋਣ ਤੋਂ ਲੈ ਕੇ ਉਹਨਾਂ ਦੇ ਘਰ ਦੀ ਖੇਤੀ ਕਰਨ ਤੋਂ ਲੈ ਕੇ ਬੱਚਿਆਂ ਨੂੰ ਸਕੂਲ ਛੱਡਣ ਤੱਕ ਲੈ ਕੇ ਕੰਮ ਇਹੋ ਜਿਹੇ ਕੀਤੇ ਜਾਂਦੇ, ਜਦ ਕਿ ਭਰਤੀ ਹੋਏ ਨੇ ਉਹ ਸੁਰੱਖਿਆ ਵਾਸਤੇ। ਸੋ ਨਫਰੀ ਵੀ ਪੂਰੀ ਹੋਊਗੀ, ਇੱਜ਼ਤ ਮਾਣ ਵੀ ਦਿੱਤਾ ਜਾਊਗਾ। ਜੇ ਕੋਈ ਗਲਤ ਕਰੂਗਾ ਤਾਂ ਕਾਰਵਾਈ ਵੀ ਹੋਊਗੀ, ਸਹੀ ਕਰਨ ਤੇ ਤਾਰੀਫ ਵੀ ਹੋਊਗੀ। ਅਸੀਂ ਬਾਰਡਰ ਸਟੇਟ ਨੂੰ ਇਹ ਡਰਾਉਂਦੇ ਨੇ, ਅਸਲ ਵੋਟਾਂ ਵੇਲੇ ਕਹਿੰਦੇ ਬਾਰਡਰ ਸਟੇਟ। ਬੀਜੇਪੀ ਬਿਹਾਰ 'ਚ ਵੋਟਾਂ ਪੈਂਦੀਆਂ ਉਦੋਂ ਉਹਨਾਂ ਨੂੰ ਪਾਕਿਸਤਾਨ ਯਾਦ ਆ ਜਾਂਦਾ, ਦਿੱਲੀ 'ਚ ਵੋਟਾਂ ਪੈਂਦੀਆਂ ਪਾਕਿਸਤਾਨ ਯਾਦ ਆ ਜਾਂਦਾ। ਹੁਣ ਫੇਰ ਕੈਪਟਨ ਸਾਹਿਬ ਨੇ ਪਾਕਿਸਤਾਨ ਕੱਢ ਰੱਖਿਆ, ਜਦ ਕਿ ਸਾਰਿਆਂ ਨੂੰ ਪਤਾ ਹੀ ਹੈ ਉਹਨਾਂ ਦੇ ਪਾਕਿਸਤਾਨ ਨਾਲ ਬੜੇ ਅੱਛੇ ਸੰਬੰਧ ਰਹੇ ਨੇ। ਸੋ ਇੰਟਰਨਲ ਸਿਕਿਉਰਿਟੀ ਤੇ ਮੈਂ ਤੁਹਾਨੂੰ ਅੱਜ ਇਹ ਪੰਜਾਬ ਦੇ ਲੋਕਾਂ ਨੂੰ ਮੈਂ ਗਾਰੰਟੀ ਦਿੰਦਾ ਕਿ ਧਰਨੇ, ਟਾਵਰਾਂ ਤੇ ਚੜ੍ਹਨਾ, ਟੈਂਕੀਆਂ ਤੇ ਬਹਿਣਾ, ਇਹ ਸਾਰੇ ਮਸਲੇ ਹੱਲ ਹੋ ਜਾਣਗੇ, ਕਿਉਂਕਿ ਸਭ ਨੂੰ ਕੰਮ ਮਿਲੂਗਾ, ਮਾਣ ਮਿਲੂਗਾ, ਇੱਜ਼ਤ ਮਿਲੂਗੀ, ਤੇ ਇੱਕ ਨਵਾਂ ਪੰਜਾਬ ਜਿਹਦੀ ਆਪਾਂ ਗੱਲ ਕਰਦੇ ਹਾਂ ਉਹ ਸਿਰਜਾਂਗੇ। ਤੇ 20 ਫਰਵਰੀ ਨੂੰ ਲੋਕ ਇੱਕ ਨਵੀਂ ਕਹਾਣੀ ਲਿਖਣ ਜਾ ਰਹੇ ਨੇ, ਜੋ ਪੰਜਾਬ ਦੇ ਲੋਕਾਂ ਤੋਂ ਸਾਨੂੰ, ਅਸੀਂ ਪਿੰਡਾਂ 'ਚ ਜਾਂਦੇ ਹਾਂ, ਕੱਲ੍ਹ ਵੀ ਪਿੰਡਾਂ 'ਚ ਫਿਰਦੇ ਸੀ ਉੱਧਰ, ਤਾਂ ਲੋਕ ਬਸ ਇਹੀ ਕਹਿੰਦੇ ਨੇ ਕਿ ਛੇਤੀ ਆਵੇ 20 ਤਰੀਕ ਤੇ ਅਸੀਂ ਆਪ ਜਿੱਤੀਏ, ਆਪਣੇ ਆਪ ਜਿੱਤੀਏ। ਸੋ ਪੰਜਾਬ ਦੀ ਸੁਰੱਖਿਆ ਦੀ, ਪੰਜਾਬ ਦੀ ਅਮਨ ਸ਼ਾਂਤੀ ਦੀ ਬਹਾਲੀ ਔਰ ਕਾਇਮ ਰੱਖਣਾ, ਇਹਦੀ ਗਰੰਟੀ ਆਮ ਆਦਮੀ ਪਾਰਟੀ ਲੈਂਦੀ ਹੈ। ਤੇ ਤੁਸੀਂ ਕੋਈ ਸਵਾਲ ਕਰੋ। ਮਾਨ ਸਾਹਿਬ, ਅੱਜ ਤੁਸੀਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਬੀਆਰਪੀ ਹੋਈ ਉਦੋਂ ਸੁਖਬੀਰ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਕਰਾਈ ਉਹਨਾਂ ਦਾ ਕੱਖ ਨਾ ਰਵੇ, ਤੇ ਉਹ ਬਹੁਤ ਸਿੱਟਾਉਂਦੇ ਹੀ ਡਾਕਟਰ। ਅੱਜ ਹਰਸਿਮਰਤ ਕੌਰ ਬਾਦਲ ਨੇ ਬਿਆਨ ਦਿੱਤਾ ਕਿ ਜੇਕਰ ਮੇਰੇ ਭਾਈ ਨੇ ਸੂਈ ਦੀ ਨੱਕੇ ਜਿੰਨਾ ਵੀ ਚਿੱਟੇ ਦਾ ਕਾਰੋਬਾਰ ਕੀਤਾ ਹੋਵੇ ਤਾਂ ਉਹਦਾ ਵੀ ਕੱਖ ਨਾ ਰਵੇ, ਤਾਂ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਇਸ ਤਰ੍ਹਾਂ ਦੀਆਂ ਗੱਲਾਂ ਕਹਿਣ ਨਾਲ ਕੋਈ ਇਮੋਸ਼ਨਲ ਤੁਸੀਂ
ਜਿਹੜੀਆਂ ਗੱਲਾਂ ਕਰ ਰਹੇ ਹੋ, ਕਾਨੂੰਨ ਕਾਰਵਾਈ ਕਰੂਗਾ ਜੀ। ਕੱਖ ਨਾ ਰਵੇ ਜਾਂ ਕੱਖ ਰਵੇ, ਇਹ ਤਾਂ ਕਾਨੂੰਨ ਦੇ ਹੱਥ 'ਚ ਹੈ, ਠੀਕ ਹੈ ਨਾ। ਹੁਣ ਉਹਨਾਂ ਨੂੰ 3 ਦਿਨ ਦੀ ਮੋਹਲਤ ਮਿਲੀ ਹੈ ਤੇ ਕੈਂਸਲ ਕਰ ਦਿੱਤੀ ਗਈ ਉਹਨਾਂ ਦੀ ਜਿਹੜੀ ਬੇਲ ਹੈ ਐਂਟੀਸਪੇਟਰੀ। ਇਹ ਤਾਂ ਹੁਣ ਕੋਰਟ ਨੂੰ ਪਤਾ ਹੋਊਗਾ ਕਿ ਕਾਰਨ ਕੀ ਰਹੇ। ਸ਼ਾਇਦ ਉਹਨਾਂ ਨੇ ਦੇਖਿਆ ਹੋਊਗਾ ਕਿ ਬੇਲ ਤਾਂ ਐਂਟੀਸਪੇਟਰੀ ਵੈਸੇ ਦਿੱਤੀ ਸੀ, ਇਹ ਪੋਲੀਟੀਕਲ ਐਕਟੀਵਿਟੀਆਂ ਕਰਨ ਲੱਗ ਗਏ, ਠੀਕ ਹੈ ਨਾ। ਸੋ ਇੱਕ ਵਾਰੀ ਚੌਟਾਲਾ ਸਾਹਿਬ ਦੀ ਬੇਲ ਵੀ ਇਹਦੀ ਕੈਂਸਲ ਕੀਤੀ ਸੀ ਜਦੋਂ ਉਹ ਆ ਕੇ ਪੋਲੀਟੀਕਲ ਐਕਟੀਵਿਟੀਆਂ 'ਚ ਇਨਵੋਲਵ ਹੋ ਗਏ ਸੀ। ਸੋ ਕਾਨੂੰਨ ਆਪਦੀ ਕਾਰਵਾਈ ਕਰੂਗਾ। माधव आप इंटरनल सिक्योरिटी की बात करते हैं, पंजाब की सिक्योरिटी की बात करते हैं, सेंटर ने 50 किलोमीटर दे दिया बीएसएफ, ये भी मुद्दा रहेगा आपकी सरकार के लिए, उसको किस तरह से आप देखें? नहीं, हमने ये मुद्दा उठाया था ऑल पार्टी मीटिंग में। अगर आपकी सरकार आती है, मुद्दा उठाया था ऑल पार्टी मीटिंग में। पहले 5 किलोमीटर था, अब 50 कर दिया। लेकिन जो इंटरनल सिक्योरिटी है वो स्टेट सब्जेक्ट है, ठीक है ना। पंजाब पुलिस सक्षम है। जैसे अभी पैरामिलिट्री फोर्स की कंपनियां आ चुकी हैं पंजाब में, आपने देखा होगा, कोई नाका लगा है, साथ में पंजाब पुलिस है। पंजाब पुलिस को असिस्ट करने के लिए है, वो सीधा एक्शन नहीं ले सकते, ठीक है ना। सो इसलिए ये मुद्दा भी उठावांगे मिलके। बॉर्डर सिक्योरिटी फोर्स भी साडी हुई है, मिलके असी ਜਿਹੜਾ ਉਹ ਪੰਜਾਬ ਦਾ ਅਮਨ ਸ਼ਾਂਤੀ ਕਾਇਮ ਰੱਖਣੀ ਹੈ। ਅਸੀਂ ਕਿਸੇ ਨੂੰ ਇਹ ਨਹੀਂ ਕਹਿਣਾ ਕਿ ਇੰਨਾ ਤੇਰਾ ਇੰਨਾ ਤੇਰਾ। ਪੰਜਾਬ ਬਹੁਤ ਵਾਰੀ ਵੰਡਿਆ ਗਿਆ, ਹੁਣ ਹੋਰ ਨਹੀਂ ਵੰਡਿਆ। ਲੀਡਰ ਦੀ ਸੁਰੱਖਿਆ ਦੀ ਗੱਲ ਕੀਤੀ ਹੈ, ਲੀਡਰ ਦੀ ਸੁਰੱਖਿਆ ਦੀ ਤੁਸੀਂ ਗੱਲ ਕੀਤੀ ਹੈ। ਜੇ ਕੱਲ ਨੂੰ ਤੁਸੀਂ ਮੁੱਖ ਮੰਤਰੀ ਬਣਦੇ ਹੋ, ਫਿਰ ਵੀ ਸੁਰੱਖਿਆ ਦੇ ਕਾਰਨਾਂ ਦਾ ਹਵਾਲਾ ਦੇ ਕੇ ਉਨੀ ਸਿਕਿਉਰਿਟੀ ਤੁਹਾਡੇ ਨਾਲ ਰਹੇਗੀ ਜਿਸ ਤਰੀਕੇ ਨਾਲ ਬਾਕੀਆਂ ਦੀ ਰਹੀ ਹੈ, ਜਾਂ ਘੱਟ ਕਰੋਗੇ ਜਾਂ ਸੁਰੱਖਿਆ ਲਵੋਗੇ ਜਾਂ ਨਹੀਂ ਲਵੋਗੇ? ਮੈਨੂੰ ਹੁਣ ਵੀ ਜਦੋਂ ਚਿਹਰਾ ਅਨਾਉਂਸ ਹੋਇਆ ਮੇਰਾ, ਮੈਨੂੰ ਆਇਆ ਜਿਹੜਾ ਸਿਕਿਉਰਿਟੀ ਦਾ ਫੋਨ ਕਿ ਤੁਹਾਨੂੰ ਅਸੀਂ CISF ਜਾਂ ਕੁਝ CRP ਵਗੈਰਾ ਤੁਹਾਡਾ ਵਧਾਉਣਾ ਹੈ। ਮੈਂ ਕਿਹਾ ਜੀ ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ। ਜੇ ਇੰਨਾ ਪਿਆਰ ਲੋਕ ਕਰਦੇ ਨੇ ਫਿਰ ਤੁਹਾਨੂੰ ਮਤਲਬ ਕੋਈ ਜ਼ਿਆਦਾ ਇਸ ਲੈਵਲ ਦੀ ਸਿਕਿਉਰਿਟੀ ਕਿ ਜਿਹੜੀ ਲੋਕਾਂ ਦੇ ਨੇੜੇ ਹੀ ਨਾ ਲੱਗਣ ਦੇਵੇ। ਸੋ ਅਸੀਂ ਉਹਨਾਂ ਲੀਡਰਾਂ 'ਚੋਂ ਨਹੀਂ ਹੈਗੇ, ਅਸੀਂ ਆਮ ਘਰਾਂ 'ਚ ਉੱਠੇ ਹੋਏ ਹਾਂ ਔਰ ਆਮ ਲੋਕਾਂ 'ਚ ਮੈਂ ਰਹਿਣਾ। ਜਿਹੜੀ ਮੇਰੇ ਨਾਲ ਪ੍ਰੋਟੋਕੋਲ ਹੈ, ਚਲੋ ਜਿੰਨੇ ਕਿ ਹੈਗੇ ਨੇ ਮੁੰਡੇ ਉਹਨਾਂ ਨੂੰ ਮੈਂ ਕਿਹਾ ਹੋਇਆ ਕਿ ਧੱਕਾ ਨਹੀਂ ਮਾਰਨਾ, ਮੇਰੇ ਤੋਂ ਪਿੱਛੇ ਰਹੋ, ਕੋਈ ਨਹੀਂ। ਮੈਨੂੰ ਵੱਧ ਤੋਂ ਵੱਧ ਕੀ ਹੋਊਗਾ, ਮੇਰੇ ਮੋਢੇ ਤੇ ਹੱਥ ਧਰ ਕੇ ਜੱਫੀ ਪਾ ਕੇ ਸੈਲਫੀ ਕਰਾਉਣੀ ਹੁੰਦੀ ਹੈ। ਜਿਹੜੇ ਨੇ DGP, ਉਹਨਾਂ ਦੀਆਂ ਆਡੀਓ ਟੇਪ ਕੁਝ ਲੀਕ ਹੋਈਆਂ ਨੇ, ਜਿਸ ਦੇ ਵਿੱਚੋਂ ਇੱਕ PO ਹੈ ਪ੍ਰੋਕਲੇਮਡ ਅਫੈਂਡਰ ਭੋਲਾ ਡਰੱਗ ਕੇਸ ਦੇ ਵਿੱਚ ਪੁਲਿਸ ਦਾ ਮੁਲਾਜ਼ਮ ਹੈ, ਉਸਦੇ ਨਾਲ ਗੱਲਬਾਤ ਕਰ ਰਹੇ ਨੇ। ਡਿਸਮਿਸਡ ਇੰਸਪੈਕਟਰ ਹੈ, ਉਸਦੇ ਨਾਲ ਗੱਲਬਾਤ ਕਰ ਰਹੇ, ਇੰਸਟਰਕਸ਼ਨਸ ਲੈ ਰਹੇ ਨੇ ਅਪਾਇੰਟਮੈਂਟ ਨੂੰ ਲੈ ਕੇ। ਜਿਹੜਾ PO ਹੈ ਉਸ ਤੋਂ ਡਿਸਮਿਸਡ ਇੰਸਪੈਕਟਰ ਦੇ ਨਾਲ ਗੱਲਾਂ ਕਰ ਰਹੇ ਨੇ ਇੰਟਰਨਲ ਸਿਕਿਉਰਿਟੀ ਦੇ ਇਸ਼ੂ ਤੇ। ਮੈਂ ਆਡੀਓ ਸੁਣੀ ਨਹੀਂ, ਮੈਂ ਬਿਨਾਂ ਤੱਥਾਂ ਤੋਂ ਬੋਲਦਾ ਨਹੀਂ, ਪਰ ਮੈਨੂੰ ਇੰਨਾ ਕਹਿਣਾ ਮੈਂ ਕਿ ਉਹ ਗੱਲ ਬਹੁਤ ਹੀ ਗੰਭੀਰ ਹੈ ਜਿਹੜੀ ਉਹਨਾਂ ਦੇ ਜਾਲੀ ਸਾਈਨ ਕਰਕੇ ਤੇ ਬਦਲੀਆਂ ਕਰ ਦਿੱਤੀਆਂ ਗਈਆਂ। ਉਹ ਵੀ ਇਸ ਦੇ ਵਿੱਚ ਇਨਵੋਲਵ ਹੈ। ਹਾਂ, ਮਤਲਬ ਇੱਕ DGP ਦੇ ਜਾਲੀ ਸਾਈਨ ਹੋ ਜਾਣ, ਇਦੋਂ ਵੱਡੀ ਚੂਕ ਕੀ ਹੋ ਸਕਦੀ ਹੈ ਹੋਰ? ਕੱਲ ਰਾਹੁਲ ਗਾਂਧੀ ਆ ਰਹੇ ਇੱਕ ਦਿਨ ਲਈ ਪੰਜਾਬ ਦੇ ਵਿੱਚ, ਉਹ ਕਿੱਦਾਂ ਦੇਖਦੇ ਹੋ ਉਹਨਾਂ ਦੀ ਕੱਲ? ਰਾਹੁਲ ਗਾਂਧੀ ਜੀ ਆ ਰਹੇ ਨੇ ਇੱਕ ਦਿਨ ਲਈ ਆ ਰਹੇ। ਇੱਥੋਂ ਹੀ ਪਤਾ ਲੱਗਦਾ ਕਿ ਪੰਜਾਬ ਲਈ ਕਿੰਨੇ ਸੀਰੀਅਸ ਨੇ। ਤੇ ਪਰਸੋਂ ਨੂੰ ਕੇਜਰੀਵਾਲ ਜੀ ਆ ਰਹੇ, ਉਹ 3 ਦਿਨ ਲਈ ਆ ਰਹੇ। ਇਦੋਂ ਪਹਿਲਾਂ 2-3 ਦਿਨ ਪਹਿਲਾਂ ਲਾ ਕੇ ਗਏ। ਅਸੀਂ ਰਾਹੁਲ ਗਾਂਧੀ ਜੀ ਦਾ ਸਵਾਗਤ ਹੈ। ਰਾਹੁਲ ਗਾਂਧੀ ਜੀ, ਉਹਨਾਂ ਨੂੰ ਵੀ ਡੈਮੋਕ੍ਰੈਟਿਕ ਰਾਈਟ ਹੈ ਤੇ ਉਹ ਕਾਂਗਰਸ ਦੇ ਜਿਹੜੇ ਜਨਰਲ ਸੈਕਟਰੀ ਨੇ ਮੇਰੇ ਖਿਆਲ ਛੋਟਾ ਜਿਹਾ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਟਾਈਮਿੰਗ ਦੇ ਸਵਾਲ ਚੱਕੇ ਜਾ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਜਿਸ ਤਰੀਕੇ ਨਾਲ ਇਹ ਸਵਾਲ ਚੁੱਕਦੇ ਨੇ ਕਿ ਮੈਨੂੰ ਫੋਨ ਆਉਂਦੇ ਸੀਗੇ ਇਮਰਾਨ ਖਾਨ ਦੇ ਕਿ ਸਿੱਧੂ ਨੂੰ ਜਿਹੜਾ ਹੈ ਉਹ ਲੈ ਕੈਬਨਿਟ ਚ ਲਓ, ਪਰ ਇਹ ਨਹੀਂ ਉਹਨੇ ਦੱਸਿਆ ਕਿ ਫੋਨ ਡਾਇਰੈਕਟਲੀ ਉਹਨਾਂ ਨੂੰ ਆਉਂਦੇ ਸੀਗੇ, ਕਿਉਂਕਿ ਜੇ ਆਉਂਦੇ ਸੀਗੇ ਉਹਨਾਂ ਨੇ ਉਸ ਸਮੇਂ ਇਹ ਗੱਲ ਕਿਉਂ ਨਹੀਂ ਰੱਖੀ, ਜਾਂ ਫਿਰ ਕਿਸੇ ਦੇ ਥਰੂ ਆਉਂਦੇ ਸੀਗੇ। ਉਹ ਕੌਣ ਸੀਗਾ ਵਿਅਕਤੀ ਜਿਹਦੇ ਥਰੂ ਆਉਂਦੇ? ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ, ਪਰ ਇਹ ਗੱਲ ਬਿਲਕੁਲ ਸਹੀ ਹੈ ਕਿ ਉਹਨੂੰ ਉਸ ਵੇਲੇ ਦੱਸਣਾ ਚਾਹੀਦਾ ਸੀ। ਇਹਨਾਂ ਨੇ ਤਾਂ ਬਿਜਲੀ ਮੰਤਰਾਲਾ ਨੂੰ ਆਫਰ ਕਰਤਾ ਸੀ ਨਾ, ਇਟ ਮੀਨਸ ਉਹਨਾਂ ਦੀ ਗੱਲ ਮੰਨੀ ਗਈ ਫਿਰ, ਠੀਕ ਹੈ ਨਾ। ਸੋ ਇਹ ਉਹਨਾਂ ਨੂੰ ਪਤਾ ਹੋਊਗਾ ਕਿ ਕਿਹਦੇ ਆਉਂਦੇ ਸੀ, ਡਾਇਰੈਕਟ ਆਉਂਦੇ ਸੀ ਜਾਂ ਇਨਡਾਇਰੈਕਟ ਆਉਂਦੇ ਸੀ। सुरक्षा देंगे पंजाब के लोगों को, जिस तरह से चाहे वो विधायकों की भी बात करी आपने कि जिस तरह से, लेकिन देखा जा रहा है जो आंकड़े आ रहे हैं पंजाब चुनाव को, सुरक्षा देंगे पंजाब के लोगों को, जिस तरह से चाहे वो विधायकों की भी बात करी आपने, लेकिन देखा जा रहा है जो आंकड़े आ रहे हैं पंजाब चुनाव को लेकर भी। सर उम्मीद पे दुनिया कायम है, हमें उम्मीद है। आप ये देखो कमाल, ये देखो कि सुखबीर बादल भी कह रहा है कि हमारी सरकार बनेगी।
मतलब वो जिनको लोग गांव में जाने नहीं देते, सर बीजेपी उम्मीद पे दुनिया का है, हमें उम्मीद है सबको हक है ये अपनी उम्मीद देखो, कायम करने का। लेकिन कमाल ये देखो कि सुखबीर बादल भी कह रहा है कि हमारी सरकार बनेगी। उनके नेता कह रहे हैं, मतलब हमें जिनको लोग कह रहे हैं लोग कि तुम्हारी गांव में सरकार जाने नहीं देते, हम दोनों बीजेपी भी कह रही है हमारी सरकार बनेगी, तो सबको जो है हक है अपनी उम्मीद कायम करने का। लेकिन हमें लोग कह रहे हैं, उनके नेता कह रहे हैं, हमें लोग कह रहे हैं कि तुम्हारी सरकार बनेगी, हम दोनों रवैती पार्टियों से सिद्धू साहब कहते सी कि भाई भतीजा वाल नहीं चलना, रवैती पार्टियों से हम पीछा छुड़वाना चाहते हैं। पत्थर ਦੀ ਜਵਾਈ ਨੂੰ ਸਾਡੇ ਨਾਲ ਕਿੱਥੇ ਉਹਨਾਂ ਦੇ ਬੇਟੇ ਨੂੰ ਰਾਏਕੋਟ ਤੋਂ ਦਿੱਤੀ, ਠੀਕ ਹੈ ਨਾ। ਤੇ ਚੰਨੀ ਸਾਹਿਬ ਦਾ ਭਰਾ ਉਹ ਮੰਗਦਾ ਸੀਗਾ ਬੱਸੀ ਪਠਾਣਾ ਤੋਂ, ਉਹਨੂੰ ਕਹਿੰਦੇ ਨਾ 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 ਇਹ ਕੰਮ ਨਹੀਂ ਹੋ ਸਕਦਾ, ਇੱਕੋ ਪਰਿਵਾਰ 'ਚ ਇੱਕ ਟਿਕਟ। ਤੇ ਹੁਣ ਉਹ ਕਿੱਧਰ ਗਿਆ ਜਿਹੜਾ ਆਪਦਾ ਹੀ ਬਣਾਇਆ ਹੋਇਆ ਸਿੱਧੂ ਮਾਡਲ ਜਾਂ ਵਾਟ ਐਵਰ, ਹੈ ਨਾ। ਸੋ ਇਹ ਆ ਕੇ ਸਾਨੂੰ ਲੋਕ ਕਹਿੰਦੇ ਆ ਕਿ ਖਾਸ ਤੌਰ ਤੇ ਜਿਹੜਾ ਦਲਿਤ ਸਮਾਜ ਦੇ ਹੈ ਨਾ, ਐਸੀ ਸਮਾਜ ਦੇ, ਕਿ ਸਾਡੇ ਨਾਲ ਧੱਕਾ ਹੋ ਰਿਹਾ। ਇਹ ਕਾਂਗਰਸ ਨੇ ਇੱਕ ਵਾਰੀ ਪਹਿਲਾਂ ਵੀ ਕੀਤਾ ਸੀ, ਸੁਸ਼ੀਲ ਕੁਮਾਰ ਸ਼ਿੰਦੇ ਨੂੰ 3 ਮਹੀਨੇ ਪਹਿਲਾਂ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਤਾ ਸੀ, ਵੋਟਾਂ ਤੋਂ ਬਾਅਦ ਬਣਾਇਆ। ਸੋ ਇਹ ਉਹਨਾਂ ਦੀ ਫਿਤਰਤ ਹੈ ਕਿ ਉਹ ਇਸ ਤਰ੍ਹਾਂ ਦੀ ਜਾਤੀ ਪਾਤੀ ਰਾਜਨੀਤੀ ਕਰਦੇ ਆ। ਆਮ ਆਦਮੀ ਪਾਰਟੀ ਜਾਤ ਪਾਤ ਦੀ ਰਾਜਨੀਤੀ ਨਹੀਂ ਕਰਦੀ। ਉਹ ਕਹਿ ਰਹੇ ਨੇ ਤੁਹਾਨੂੰ ਇਲੈਕਸ਼ਨ ਕਮਿਸ਼ਨ ਜਿਹੜਾ ਨੋਟਿਸ ਹੋਇਆ ਸੀਗਾ ਧੂਰੀ ਦਾ, ਉਹਦਾ ਕੀ ਜਵਾਬ? ਅਸੀਂ ਜਵਾਬ ਦਿੱਤਾ ਜੀ। ਦੇਖੋ ਮੈਂ ਮੱਥਾ ਟੇਕਣ ਗਿਆ ਸੀਗਾ, 2 ਬੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਮੂਲੋਵਾਲ ਤੇ ਰਣੀਕੇ ਦੇ ਵਿੱਚ ਪੁਰਾਤਨ ਸ਼ਿਵ ਮੰਦਿਰ, ਮੈਂ ਉੱਥੇ ਮੱਥਾ ਟੇਕਣ ਗਿਆ ਸੀ। ਤੇ ਕਈ ਵਾਰੀ ਕਿ ਮਸ਼ਹੂਰ ਆ ਜੀ, ਫੇਮਸ ਆ, ਪਤਾ ਲੱਗ ਜਾਂਦਾ ਇੱਥੋਂ ਦੀ ਲੰਘੂ। ਬਾਹਰ ਆ ਕੇ ਲੋਕਾਂ ਨੇ ਕੋਈ ਫੁੱਲ ਸਿੱਟ ਤੇ, ਮੈਂ ਕੋਈ ਸਪੀਕਰ ਨਹੀਂ ਉਹਦੇ 'ਚ ਯੂਜ਼ ਕੀਤਾ। ਮੈਂ ਮੱਥਾ ਟੇਕ ਕੇ ਜਦੋਂ ਵਾਪਸ, ਐਤਵਾਰ ਦਾ ਦਿਨ ਸੀ, 3-4 ਬਰਾਤਾਂ ਸਟਕ ਹੋ ਗਈਆਂ ਉਸ ਰੋਡ ਤੇ। ਤਾਂ ਜਿੱਥੇ ਅਸੀਂ ਮਾਈਕ ਯੂਜ਼ ਕੀਤਾ, ਮੈਂ ਬੋਲਿਆ, ਉੱਥੋਂ ਹੀ ਸਾਡੇ ਕੋਲ ਪਰਮਿਸ਼ਨ ਸੀ। ਅਸੀਂ ਇਹ ਜਵਾਬ ਇਲੈਕਸ਼ਨ ਕਮਿਸ਼ਨ ਨੂੰ ਦੇ ਦਿੱਤਾ।